ਨਿੱਕੀ ਜਲਪਰੀ ਆਰਿਆ। ਇੱਕ ਸਮੇਂ ਦੀ ਗੱਲ ਹੈ, ਬਹੁਤ ਗਹਿਰੇ ਸਮੁੰਦਰ ਵਿੱਚ ਇੱਕ ਅਜਿਹੀ ਦੁਨੀਆ ਸੀ ਜਿਸ ਦੇ ਬਾਰੇ ਕੋਈ ਨਹੀਂ ਜਾਣਦਾ ਸੀ। ਡਾਲਫਿਨਸ ਗਾਉਂਦੀਆਂ, ਜੈਲੀਫਿਸ਼ ਨੱਚਦੀਆਂ, ਰੰਗ ਬਿਰੰਗੀ ਮਛਲੀਆਂ ਤੈਰਦੀਆਂ ਤੇ ਬਹੁਤ ਗਹਿਰੇ ਪਾਣੀਆਂ ਵਿੱਚ ਪਾਣੀ ਦੇ ਥੱਲੇ ਇੱਕ ਬਹੁਤ ਪ੍ਰਸਿੱਧ ਰਾਜ ਸੀ। ਇਸ ਰਾਜ ਦੇ ਸਮੁੰਦਰੀ ਲੋਕ ਪਾਣੀ ਦੇ ਥੱਲੇ ਰਹਿਣ ਵਾਲੇ ਬਾਕੀ ਸਾਰੇ ਜੀਵਾਂ ਦੇ ਨਾਲ ਬੜੀ ਸ਼ਾਂਤੀ ਦੇ ਨਾਲ ਰਹਿੰਦੇ ਸੀ। ਇਸ ਰਾਜ ਦੇ ਰਾਜਾ ਦਾ ਨਾਂ ਸੀ ਪੋਸਾਈਡਨ। ਉਸਨੂੰ ਆਪਣੀ ਬੇਟੀਆਂ ਨਾਲ ਇੰਨਾ ਪਿਆਰ ਸੀ ਕਿ ਉਹ ਉਹਨਾਂ ਨੂੰ ਹਮੇਸ਼ਾ ਰਾਜ ਵਿੱਚ ਹੀ ਰੱਖਦਾ। ਆਰਿਆ ਸਭ ਤੋਂ ਛੋਟੀ ਸੀ। ਉਸਨੂੰ ਸਮਝ ਨਹੀਂ ਆਉਂਦਾ ਸੀ ਕਿ ਕਿਉਂ ਉਹ ਉਸਨੂੰ ਕਦੇ ਕਿਧਰੇ ਨਹੀਂ ਜਾਣ ਦਿੰਦੇ। ਉਹਨਾਂ ਨੇ ਉਸਨੂੰ ਦੱਸਿਆ ਕਿ ਰਾਜ ਦੀ ਸੀਮਾਵਾਂ ਦੇ ਬਾਹਰ ਖਤਰਾ ਹੈ। ਉਸਨੇ ਸੋਚਿਆ ਕਿ ਏਦਾਂ ਕਹਿਣ ਨਾਲ ਉਹਨਾਂ ਦਾ ਮਤਲਬ ਜ਼ਰੂਰ ਇਹ ਧਰਤੀ ਤੇ ਰਹਿਣ ਵਾਲੇ ਮਨੁੱਖਾਂ ਅਤੇ ਜੀਵਾਂ ਨਾਲ ਹੋਵੇਗਾ। ਆਰਿਆ ਧੀਏ, ਤੂੰ ਇੱਕ ਦਿਨ ਜ਼ਰੂਰ ਹੀ ਆਪਣਾ ਤਾਜ ਪਹਿਨਣ ਜਿੰਨੀ ਵੱਡੀ ਹੋ ਜਾਵੇਂਗੀ, ਪਰ ਤਦ ਤੱਕ ਤੈਨੂੰ ਇਸ ਰਾਜ ਵਿੱਚ ਹੀ ਰਹਿਣਾ ਹੈ। ਇਸ ਨੂੰ ਛੱਡਣ ਦੀ ਮਨਾਹੀ ਹੈ। ਮੈਂ ਧਰਤੀ ਤੇ ਰਹਿਣ ਵਾਲੇ ਲੋਕਾਂ ਅਤੇ ਜਾਨਵਰਾਂ ਦੇ ਬਾਰੇ ਵਿੱਚ ਜਾਣਨ ਲਈ ਬਹੁਤ ਬੇਤਾਬ ਹਾਂ। ਧਰਤੀ ਦੇ ਲੋਕਾਂ ਦੇ ਮਨ ਵਿੱਚ ਸਮੁੰਦਰੀ ਜੀਵਾਂ ਦੇ ਲਈ ਕੋਈ ਇੱਜ਼ਤ ਨਹੀਂ ਹੈ। ਉਹ ਸਾਡੇ ਸਮੁੰਦਰ ਵਿੱਚ ਕੂੜਾ ਸੁੱਟਦੇ ਨੇ ਅਤੇ ਅਸੀਂ ਉਹਨਾਂ ਤੇ ਵਿਸ਼ਵਾਸ ਨਹੀਂ ਕਰ ਸਕਦੇ। ਇਸੇ ਲਈ ਤੈਨੂੰ ਆਪਣੇ ਪਿਤਾ ਤੇ ਯਕੀਨ ਕਰਨਾ ਚਾਹੀਦਾ ਹੈ ਆਰਿਆ। ਨਿੱਕੀ ਜਲਪਰੀ ਆਰਿਆ ਨੇ ਸੁਣਿਆ। ਮੈਂ ਹੁਣ ਆਪਣੀ ਵੱਡੇ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ। ਧਰਤੀ ਤੇ ਰਹਿਣ ਵਾਲੇ ਲੋਕ ਵੀ ਉਨੇ ਹੀ ਦਿਆਲੂ ਹੋਣਗੇ ਜਿੰਨੇ ਕਿ ਅਸੀਂ। ਅਤੇ ਨਿੱਕੀ ਆਰਿਆ ਨੇ ਪਾਣੀ ਦੇ ਥੱਲੇ ਦੇ ਰਾਜ ਤੋਂ ਚੁਪਕੇ ਤੋਂ ਬਾਹਰ ਨਿਕਲਣ ਦੀ ਇੱਕ ਯੋਜਨਾ ਸੋਚੀ। ਉਹ ਆਪਣੇ ਦੋਸਤਾਂ ਦੇ ਬਾਰੇ ਸੋਚਣ ਲੱਗੀ, ਵੱਡੀ ਵੇਲ ਵਿਲੀ ਅਤੇ ਨਿੱਕੀ ਡਾਲਫਿਨ ਡਾਲਫੀ, ਕਿਉਂਕਿ ਉਹ ਪਾਣੀ ਦੇ ਥੱਲੇ ਦੇ ਰਾਜ ਤੋਂ ਨਿਕਲ ਕੇ ਜਦੋਂ ਚਾਹੇ ਕਿਧਰੇ ਵੀ ਜਾ ਸਕਦੀਆਂ ਸੀ। ਪਾਣੀ ਦੇ ਥੱਲੇ ਦੇ ਰਾਜ ਦੇ ਦੁਆਰੇ ਤੇ ਤਲਵਾਰਧਾਰੀ ਰੱਖਿਅਕ ਮਛਲੀਆਂ ਡਾਲਫਿਨ ਡਾਲਫੀ ਅਤੇ ਵੇਲ ਵਿਲੇ ਨੂੰ ਸਮੁੰਦਰ ਤੋਂ ਬਾਹਰ ਲੈ ਜਾਣ ਦੇ ਲਈ ਅਲੱਗ ਲੈ ਗਈਆਂ। ਉਹ ਆਪਣੀ ਇੱਛਾ ਦੇ ਮੁਤਾਬਕ ਕਿਧਰੇ ਵੀ ਆਣ ਜਾਣ ਦੇ ਲਈ ਆਜ਼ਾਦ ਸੀ। ਪਰ ਇੱਕ ਵਾਰ ਓਝਲ ਹੋਣ ਦੇ ਬਾਅਦ ਵੇਲ ਵਿਲੀ ਨੇ ਜਦੋਂ ਆਪਣਾ ਮੂੰਹ ਵੱਡਾ ਜਿਹਾ ਖੋਲ੍ਹਿਆ ਤਾਂ ਬਾਹਰ ਆਇਆ ਉਹਨਾਂ ਦਾ ਸ਼ੂਰਵੀਰ ਨਿੱਕੀ ਜਲਪਰੀ ਆਰਿਆ। ਤੇ ਬਸ ਇਸੇ ਤਰ੍ਹਾਂ ਆਰਿਆ ਆਪਣੇ ਦਮ ਤੇ ਬਾਹਰ ਸੀ ਅਤੇ ਚੰਗੀ ਤਰ੍ਹਾਂ ਤੈਰਦੇ ਹੋਏ ਠੀਕ ਪਾਣੀ ਦੀ ਸਤ੍ਹਾ ਦੇ ਉੱਪਰ। ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰ ਉਸਨੇ ਹਵਾ ਨੂੰ ਮਹਿਸੂਸ ਕੀਤਾ, ਸੂਰਿਆਸਤ ਨੂੰ ਵੇਖਿਆ ਅਤੇ ਸੀਗਲਸ ਨੂੰ ਸੁਣਿਆ। ਇੱਕ ਕਮਾਲ ਦਾ ਅਹਿਸਾਸ ਹੈ। ਠੀਕ ਉਸੇ ਵੇਲੇ ਆਰਿਆ ਨੇ ਪਾਣੀ ਦੇ ਬਾਹਰ ਤੋਂ ਆਉਂਦੇ ਸੰਗੀਤ ਨੂੰ ਸੁਣਿਆ। ਉਸਨੇ ਪਾਣੀ ਵਿੱਚ ਡੁਬਕੀ ਲਗਾਈ ਅਤੇ ਆਵਾਜ਼ ਦੀ ਦਿਸ਼ਾ ਵਿੱਚ ਤੈਰਨ ਲੱਗੀ। ਤਦੇ ਉਸਨੂੰ ਇੱਕ ਵੱਡੀ ਜਿਹੀ ਕਿਸ਼ਤੀ ਨਜ਼ਰ ਆਈ ਜਿਸ ਤੇ ਆਤਿਸ਼ਬਾਜ਼ੀ ਹੋ ਰਹੀ ਸੀ। ਕਿਸ਼ਤੀ, ਚੱਲ ਡਾਲਫੀ, ਉਸ ਦੇ ਕੋਲ ਚੱਲ ਕੇ ਵੇਖਦੇ ਹਾਂ। ਆਰਿਆ ਰੁਕ, ਇਹ ਖਤਰਨਾਕ ਹੋ ਸਕਦੀ ਹੈ। ਉਸ ਦੀ ਦੋਸਤ ਡਾਲਫੀ ਨੇ ਉਸ ਨੂੰ ਚਿਤਾਇਆ, ਪਰ ਆਰਿਆ ਨੇ ਧਿਆਨ ਨਹੀਂ ਦਿੱਤਾ। ਆਰਿਆ ਰੁਕ ਜਾ। ਉਹ ਕਿਸ਼ਤੀ ਦੇ ਨਾਲ-ਨਾਲ ਤੈਰਨ ਲੱਗੀ, ਜਿੱਥੋਂ ਧਰਤੀ ਦੇ ਰਾਜਾ ਅਤੇ ਉਸ ਦੇ ਬੇਟੇ ਰਾਜਕੁਮਾਰ ਐਡਵਰਡ ਨੂੰ ਵੇਖ ਸਕਦੀ ਸੀ। ਉਹ ਰਾਜਕੁਮਾਰ ਦਾ ਜਨਮ ਦਿਨ ਮਨਾ ਰਹੇ ਸੀ। ਇੱਕ ਰਾਜਕੁਮਾਰ। ਆਰਿਆ, ਸਾਨੂੰ ਇੱਥੇ ਨਹੀਂ ਹੋਣਾ ਚਾਹੀਦਾ। ਉਹ ਸਿਪਾਹੀ ਖਤਰਨਾਕ ਹੋ ਸਕਦੇ ਨੇ। ਸਾਨੂੰ ਹੁਣ ਘਰ ਵਾਪਸ ਚੱਲਣਾ ਚਾਹੀਦਾ ਹੈ। ਉਹ ਸਾਨੂੰ ਵੇਖ ਸਕਦੇ ਨੇ। ਰਾਜਕੁਮਾਰ ਨੇ ਜਹਾਜ਼ ਦੀ ਕਮਾਨ ਤੇ ਆਪਣੀ ਬੰਸਰੀ ਵਜਾਣੀ ਸ਼ੁਰੂ ਕਰ ਦਿੱਤੀ। ਉਹ ਕਿਸੇ ਮਾੜੇ ਬੰਦੇ ਦੀ ਤਰ੍ਹਾਂ ਆਵਾਜ਼ ਨਹੀਂ ਕਰਦਾ। ਆਰਿਆ ਆਪਣੀ ਮਿੱਠੀ ਆਵਾਜ਼ ਵਿੱਚ ਉਸ ਦੀ ਬੰਸਰੀ ਦੀ ਧੁਨ ਦੇ ਨਾਲ-ਨਾਲ ਗਾਣ ਲੱਗੀ।
ਰਾਜਕੁਮਾਰ ਨੇ ਉਸ ਦੀ ਆਵਾਜ਼ ਸੁਣੀ ਅਤੇ ਹੈਰਾਨ ਹੋ ਕੇ ਚਾਰੋਂ ਪਾਸੇ ਵੇਖਿਆ। ਇਹ ਐਨੀ ਮਿੱਠੀ ਆਵਾਜ਼ ਕਿਸ ਦੀ ਹੈ? ਹੁਸ਼ਿਆਰ ਰਹਿ ਆਰਿਆ, ਉਹ ਤੈਨੂੰ ਲੱਭਣ ਜਾ ਰਹੇ ਨੇ। ਦੂਰ, ਬਹੁਤ ਦੂਰ, ਰਾਜਾ ਪੋਸਾਈਡਨ ਦੀ ਦੁਸ਼ਟ ਭੈਣ ਸਮੁੰਦਰੀ ਚੁੜੈਲ ਵੇਗਾ ਰਾਜਾ ਪੋਸਾਈਡਨ ਦੇ ਮਹਿਲ ਵਿੱਚ ਰਹਿੰਦੀ ਸੀ। ਬੁਰੇ ਕੰਮ ਕਰਨ ਦੇ ਕਾਰਨ ਪਾਣੀ ਦੇ ਥੱਲੇ ਦੇ ਸੁੰਦਰ ਰਾਜ ਵਿੱਚੋਂ ਉਸ ਨੂੰ ਕੱਢ ਦਿੱਤਾ ਗਿਆ ਸੀ। ਆਖਰ ਉਹਦੇ ਨਾਂ ਹੀ ਗਿਆ ਪੋਸਾਈਡਨ ਰਾਜਾ ਦੀ ਧੀ ਤੇ ਇੱਕ ਇਨਸਾਨ। ਬਿਜਲੀ ਭੇਜੋ, ਤੂਫਾਨ ਅਤੇ ਗਰਜਨਾ ਦੇ ਨਾਲ ਲਹਿਰਾਂ ਨੂੰ ਭੇਜੋ ਕਸ਼ਤੀ ਨੂੰ ਪਲਟਣ ਦੇ ਲਈ, ਤਾਂ ਜੋ ਰਾਜਕੁਮਾਰ ਡੁੱਬ ਜਾਵੇ। ਸਮੁੰਦਰੀ ਚੁੜੈਲ ਦੇ ਜਾਦੂ ਦੇ ਕਾਰਨ ਲਹਿਰਾਂ ਨੇ ਰਾਜਕੁਮਾਰ ਦੀ ਕਸ਼ਤੀ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਨਹੀਂ, ਕਸ਼ਤੀ ਡੁੱਬ ਰਹੀ ਹੈ, ਸਾਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਆਰੀਆ ਨੇ ਸਮੁੰਦਰ ਦੀ ਸਤ੍ਹਾ ਤੱਕ ਡੁੱਬਦੇ ਜਹਾਜ਼ ਦੇ ਮਲਬੇ ਵਿੱਚੋਂ ਹੋ ਕੇ ਤੈਰਦੇ ਹੋਏ ਲਹਿਰਾਂ ਵਿੱਚੋਂ ਡੁਬਕੀ ਲਗਾਈ। ਉਸ ਨੂੰ ਰਾਜਕੁਮਾਰ ਦੀ ਬੰਸਰੀ ਨਜ਼ਰ ਆਈ। ਉਸਨੇ ਇਸ ਨੂੰ ਝਟਪਟ ਝਪਟ ਲਿਆ। ਫਿਰ ਉਸਨੇ ਰੇਤੀਲੇ ਸਮੁੰਦਰੀ ਫਰਸ਼ ਤੇ ਰਾਜਕੁਮਾਰ ਨੂੰ ਡੁੱਬਦੇ ਵੇਖਿਆ। ਉਸਨੇ ਉਸ ਦਾ ਹੱਥ ਫੜ ਲਿਆ ਤੇ ਜ਼ਮੀਨ ਦੇ ਥੱਲੇ ਜਿੰਨਾ ਤੇਜ਼ ਉਹ ਤੈਰ ਸਕਦੀ ਸੀ ਤੈਰਨ ਲੱਗੀ। ਉੱਠੋ, ਰੱਬ ਦੇ ਵਾਸਤੇ ਉੱਠੋ। ਰਾਜਕੁਮਾਰ ਨੇ ਹੌਲੇ ਜਿਹੇ ਅੱਖਾਂ ਖੋਲੀਆਂ ਅਤੇ ਖੁਦ ਨੂੰ ਜ਼ਿੰਦਾ ਵੇਖ ਕੇ ਹੈਰਾਨ ਰਹਿ ਗਿਆ ਅਤੇ ਆਪਣੇ ਕੋਲ ਬੈਠੀ ਇੱਕ ਸੋਹਣੀ ਲਾਲ ਸਿਰ ਵਾਲੀ ਜਲਪਰੀ ਨੂੰ ਵੇਖ ਕੇ। ਆਰੀਆ ਨੇ ਇੱਕ ਕੁੱਤੇ ਨੂੰ ਭੌਂਕਦੇ ਹੋਏ ਸੁਣਿਆ ਅਤੇ ਉਸ ਨੂੰ ਅਹਿਸਾਸ ਹੋਇਆ ਕਿ ਉਹ ਧਰਤੀ ਤੇ ਹੈ। ਉਹ ਫਟ ਨਾਲ ਸਮੁੰਦਰ ਵਿੱਚ ਵਾਪਸ ਕੁੱਦ ਗਈ। ਰਾਜਾ ਅਤੇ ਉਸ ਦੇ ਸਿਪਾਹੀ ਤੇ ਇੱਕ ਨੌਜਵਾਨ ਕੁੜੀ ਰਾਜਕੁਮਾਰ ਨੂੰ ਕਿਨਾਰੇ ਤੇ ਲੱਭ ਰਹੇ ਸੀ। ਇਹ ਕੁੜੀ ਨੇ ਮੈਨੂੰ ਬਚਾਇਆ ਪਿਤਾ ਜੀ। ਮੈਂ ਉਸ ਦਾ ਚਿਹਰਾ ਤਾਂ ਨਹੀਂ ਵੇਖ ਸਕਿਆ, ਪਰ ਮੈਨੂੰ ਲੱਗਦਾ ਜਿਵੇਂ ਉਸ ਦੀ ਆਵਾਜ਼ ਪਹਿਲਾਂ ਸੁਣੀ ਹੈ। ਇਸੇ ਦਰਮਿਆਨ ਇੱਧਰ ਸਮੁੰਦਰ ਵਿੱਚ ਆਰੀਆ ਪਾਣੀ ਦੇ ਥੱਲੇ ਦੇ ਰਾਜ ਵਿੱਚ ਵਾਪਸ ਆ ਚੁੱਕੀ ਸੀ। ਰਾਜਕੁਮਾਰ ਦੀ ਬੰਸਰੀ ਹਾਲੇ ਵੀ ਉਸ ਦੇ ਕੋਲ ਸੀ। ਉਹ ਹਾਲੇ ਵੀ ਇਹੀ ਸੋਚ ਰਹੀ ਸੀ ਕਿ ਉਹ ਕਿੰਨਾ ਸੋਹਣਾ ਸੀ। ਉਸ ਦੇ ਪਿਤਾ ਉਸ ਨੂੰ ਲੱਭ ਰਹੇ ਸੀ ਤੇ ਜਦੋਂ ਉਹਨਾਂ ਨੇ ਬੰਸਰੀ ਵੇਖੀ ਤਾਂ ਉਹ ਸਮਝ ਗਏ ਕਿ ਉਹ ਸਮੁੰਦਰ ਦੀ ਸਤ੍ਹਾ ਤੇ ਜਾ ਕੇ ਆਈ ਮੈਂ ਹੈ। ਤੁਹਾਨੂੰ ਕਿਹਾ ਸੀ ਆਰਿਆ, ਤੁਸੀਂ ਉਸ ਨੂੰ ਅਣਸੁਣਾ ਕੀਤਾ ਅਤੇ ਰਾਜ ਦੇ ਸੁਰੱਖਿਆ ਘੇਰੇ ਤੋਂ ਬਾਹਰ ਗਈ। ਤੁਹਾਨੂੰ ਇੰਤਜ਼ਾਰ ਕਰਨਾ ਚਾਹੀਦਾ ਸੀ। ਪਰ ਰਾਜਕੁਮਾਰ ਡੁੱਬ ਜਾਂਦਾ। ਕੌਣ? ਰਾਜਕੁਮਾਰ? ਤੁਸੀਂ ਰਾਜ ਦੀ ਸੁਰੱਖਿਆ ਨੂੰ ਛੱਡ ਕੇ ਗਏ ਹੋ ਆਰਿਆ। ਤੁਹਾਨੂੰ ਮੇਰੇ ਤੇ ਵਿਸ਼ਵਾਸ ਕਰਨਾ ਚਾਹੀਦਾ ਸੀ ਤਾਂ ਕਿ ਮੈਂ ਤੁਹਾਨੂੰ ਖਤਰੇ ਤੋਂ ਬਚਾ ਸਕਾਂ। ਮੈਂ ਪਾਣੀ ਦੇ ਥੱਲੇ ਦੇ ਰਾਜ ਨੂੰ ਛੱਡਣ ਦੀ ਇਜਾਜ਼ਤ ਨਹੀਂ ਦਿੰਦਾ। ਰਾਜਾ ਪੋਸਾਈਡਨ ਚਲੇ ਗਏ। ਉਹ ਚਿੰਤਾ ਵਿੱਚ ਸੀ ਤੇ ਆਪਣੀ ਬੇਟੀ ਦੇ ਦਿਲ ਬਾਰੇ ਬਹੁਤ ਫਿਕਰਮੰਦ ਵੀ। ਪਰ ਆਰੀਆ ਵਾਪਸ ਜਾ ਕੇ ਫਿਰ ਤੋਂ ਰਾਜਕੁਮਾਰ ਨੂੰ ਵੇਖਣ ਦੇ ਆਪਣੇ ਫੈਸਲੇ ਤੇ ਅਡਿੱਗ ਸੀ ਤੇ ਇਸੇ ਲਈ ਉਸਨੇ ਇੱਕ ਭਿਆਨਕ ਗਲਤੀ ਕਰ ਦਿੱਤੀ ਤੇ ਸਮੁੰਦਰ ਦੇ ਹਨੇਰੇ ਹਿੱਸੇ ਵਿੱਚ ਦੁਸ਼ਟ ਚੁੜੈਲ ਵੇਗਾ ਨੂੰ ਤਲਾਸ਼ ਕਰਨ ਦੇ ਲਈ ਉਸਨੇ ਆਪਣੇ ਪਿਤਾ ਦੇ ਰਾਜ ਨੂੰ ਫਿਰ ਤੋਂ ਛੱਡ ਦਿੱਤਾ। ਵੇਗਾ ਦਾ 2 ਸਿਰ ਵਾਲਾ ਰੱਖਿਅਕ ਸੱਪ ਚੁੜੈਲ ਦੇ ਸਮੁੰਦਰੀ ਮਹਿਲ ਤੇ ਮੁਸਤੈਦੀ ਨਾਲ ਤੈਨਾਤ ਸੀ ਅਤੇ ਉਸਨੇ ਨਿੱਕੀ ਜਲਪਰੀ ਨੂੰ ਆਂਦੇ ਹੋਏ ਵੇਖਿਆ। ਵੇਗਸ, ਰਾਜਾ ਦੀ ਬੇਟੀ ਆ ਰਹੀ ਹੈ। ਰਾਜਾ ਤੋਂ ਬਦਲਾ ਲੈਣ ਦਾ ਸਮਾਂ ਆ ਗਿਆ ਹੈ। ਮੈਨੂੰ ਪਤਾ ਸੀ ਇਹੀ ਹੋਵੇਗਾ। ਉਸ ਦਾ ਦਿਲ ਜੰਗਲੀ ਵਿਦਰੋਹੀ ਹੈ। ਉਸ ਨੂੰ ਆਣ ਦੇ ਸੱਪ। ਆਰੀਆ ਥੋੜਾ ਡਰ ਗਈ ਸੀ ਪਰ ਰਾਜਕੁਮਾਰ ਨੂੰ ਵੇਖਣਾ ਚਾਹੁੰਦੀ ਸੀ, ਇਸ ਲਈ ਉਹ ਚੁੜੈਲ ਤੋਂ ਮਦਦ ਮੰਗਣ ਦੇ ਲਈ ਅੰਦਰ ਗਈ। ਵੇਗਾ ਮਦਦ ਦੇ ਲਈ ਤਿਆਰ ਹੋ ਗਈ ਪਰ ਉਸਨੇ ਨਿੱਕੀ ਜਲਪਰੀ ਤੋਂ ਕੁਝ ਬੇਸ਼ਕੀਮਤੀ ਮੰਗਿਆ। ਮੈਂ ਤੈਨੂੰ ਮਨੁੱਖ ਬਣਾਉਣ ਦੇ ਲਈ ਇੱਕ ਜਾਦੂ ਦੀ ਦਵਾਈ ਤਿਆਰ ਕਰਾਂਗੀ। ਤੂੰ ਧਰਤੀ ਤੇ ਚੱਲ ਸਕੇਂਗੀ, ਆਪਣੇ ਸੋਹਣੇ ਰਾਜਕੁਮਾਰ ਦੇ ਨਾਲ ਨੱਚ ਸਕੇਂਗੀ, ਪਰ ਬਦਲੇ ਵਿੱਚ ਮੈਂ ਤੇਰੀ ਸੋਹਣੀ ਆਵਾਜ਼ ਲੈ ਲਵਾਂਗੀ। ਮੇਰੀ ਆਵਾਜ਼? ਮੇਰਾ ਮਤਲਬ, ਪਰ ਬਿਨਾਂ ਮੇਰੀ ਆਵਾਜ਼ ਦੇ? ਜਲਪਰੀ ਨੇ ਬੁਰੀ ਭਾਵਨਾ ਵਾਲੀ ਉਸ ਦਵਾਈ ਨੂੰ ਸਵੀਕਾਰ ਕਰ ਲਿਆ ਕਿਉਂਕਿ ਉਹ ਮੂਰਖ ਸੀ। ਉਸ ਦਾ ਦਿਲ ਰਾਜਕੁਮਾਰ ਦੇ ਪਿਆਰ ਵਿੱਚ ਪੈਣਾ ਚਾਹੁੰਦਾ ਸੀ। ਪਰ ਯਾਦ ਰੱਖੀ, ਜਾਦੂਈ ਦਵਾਈ ਦਾ ਅਸਰ 3 ਦਿਨ ਵਿੱਚ ਖਤਮ ਹੋ ਜਾਵੇਗਾ ਜੇ ਰਾਜਕੁਮਾਰ ਤੇਰੇ ਪਿਆਰ ਵਿੱਚ ਨਹੀਂ ਪਿਆ ਤਾਂ। ਨਹੀਂ ਤੇ ਤੂੰ ਫੇਰ ਤੋਂ ਜਲਪਰੀ ਵਿੱਚ ਬਦਲ ਜਾਵੇਂਗੀ ਅਤੇ ਫਿਰ ਕਦੇ ਵੀ ਆਪਣੇ ਰਾਜਕੁਮਾਰ ਜਾਂ ਆਪਣੇ ਪਿਤਾ ਨੂੰ ਯਾਦ ਨਹੀਂ ਰੱਖ ਸਕੇਂਗੀ।
ਆਰੀਆ ਇੰਨੀ ਮੂਰਖ ਸੀ ਕਿ ਉਸਨੇ ਜਾਦੂ ਦੀ ਦਵਾਈ ਪੀ ਲਈ। ਫਿਰ ਉਸਨੇ ਸਮੁੰਦਰ ਦੀ ਸਤਹ ਦੇ ਵੱਲ ਵਧਣਾ ਸ਼ੁਰੂ ਕਰ ਦਿੱਤਾ ਅਤੇ ਜਿਵੇਂ ਹੀ ਉਹ ਧਰਤੀ ਦੇ ਨੇੜੇ ਪਹੁੰਚਣ ਲੱਗੀ, ਉਸਦੀ ਪੁੱਛ ਗਾਇਬ ਹੋਣ ਲੱਗੀ। ਸਗੋਂ ਹੁਣ ਉਸਦੀ ਜਗ੍ਹਾ ਉਸਦੀ ਮਨੁੱਖੀ ਲੱਤਾਂ ਸੀ। ਉਸਦੀ ਦੋਸਤ ਡਾਲਫੀ ਨੇ ਉਸਨੂੰ ਵੇਖਿਆ ਤਾਂ ਉਸੇ ਵੇਲੇ ਸਹਾਇਤਾ ਦੇ ਲਈ ਆਈ। ਆਰੀਆ, ਤੇਰੀਆਂ ਲੱਤਾਂ ਤੇ ਕਦੇ ਵੀ ਨਹੀਂ ਸੀ, ਤੈਨੂੰ ਧਿਆਨ ਰੱਖਣ ਦੀ ਲੋੜ ਹੈ। ਨਿੱਕੀ ਜਲ ਪਰੀ ਡਾਲਫੀ ਦੀ ਮਦਦ ਨਾਲ ਕਿਸੇ ਤਰ੍ਹਾਂ ਕਿਨਾਰੇ ਤੇ ਪਹੁੰਚੀ। ਰਾਜਕੁਮਾਰ ਐਡਵਰਡ ਉੱਥੇ ਪਹਿਲਾਂ ਤੋਂ ਹੀ ਸੀ, ਉਸ ਕੁੜੀ ਦੀ ਤਲਾਸ਼ ਵਿੱਚ ਜਿਸਨੇ ਉਹਦੀ ਜਾਨ ਬਚਾਈ ਸੀ। ਤੁਸੀਂ ਜਾਣੇ ਪਛਾਣੇ ਲੱਗਦੇ ਹੋ ਕਿ ਅਸੀਂ ਪਹਿਲਾਂ ਇੱਕ ਦੂਜੇ ਨੂੰ ਮਿਲੇ ਹਾਂ। ਆਰੀਆ ਦੇ ਕੋਲ ਆਵਾਜ਼ ਨਹੀਂ ਸੀ, ਇਸ ਲਈ ਉਸਨੇ ਸਿਰਫ ਗਰਦਨ ਹਿਲਾ ਦਿੱਤੀ ਤੇ ਰਾਜਕੁਮਾਰ ਨੂੰ ਬੰਸਰੀ ਵਾਪਸ ਕਰ ਦਿੱਤੀ। ਹਾਂ ਅਸੀਂ ਮਿਲੇ ਹਾਂ। ਤੁਸੀਂ ਜ਼ਰੂਰ ਉਹੀ ਕੁੜੀ ਹੋ ਜਿਸ ਨੇ ਮੈਨੂੰ ਡੁੱਬਣ ਤੋਂ ਬਚਾਇਆ ਸੀ ਅਤੇ ਮੈਂ ਉਹ ਆਵਾਜ਼ ਸੁਣੀ ਸੀ ਜਦੋਂ ਮੈਂ ਡੈਕ ਤੇ ਬੰਸਰੀ ਵਜਾ ਰਿਹਾ ਸੀ। ਤੁਹਾਡਾ ਨਾਂ ਕੀ ਹੈ? ਆਰੀਆ ਨੇ ਜੋ ਕੁਝ ਉਸਦੇ ਨਾਲ ਹੋਇਆ ਸੀ ਦੱਸਣ ਦੀ ਕੋਸ਼ਿਸ਼ ਕੀਤੀ, ਤੁਸੀਂ ਬੋਲ ਨਹੀਂ ਸਕਦੇ। ਪਰ ਉਹ ਬੋਲ ਨਹੀਂ ਸਕਦੀ ਸੀ। ਇਸ ਲਈ ਰਾਜਕੁਮਾਰ ਨੇ ਸੋਚਿਆ ਕਿ ਉਹ ਜ਼ਰੂਰੀ ਕੋਈ ਹੋਰ ਕੁੜੀ ਹੋਵੇਗੀ, ਕਿਉਂਕਿ ਉਸਨੂੰ ਜੋ ਕੁੜੀ ਯਾਦ ਸੀ ਉਸਦੀ ਤੇ ਬਹੁਤ ਹੀ ਖੂਬਸੂਰਤ ਆਵਾਜ਼ ਸੀ। ਫਿਰ ਵੀ ਉਹ ਇਸ ਬੇਕਰਾਰ ਕੁੜੀ ਦੀ ਮਦਦ ਕਰਨਾ ਚਾਹੁੰਦਾ ਸੀ, ਇਸ ਲਈ ਉਹ ਉਸਨੂੰ ਆਪਣੇ ਮਹਿਲ ਵਿੱਚ ਲੈ ਗਿਆ। ਧਰਤੀ ਦੇ ਰਾਜ ਦੇ ਮਹਿਲ ਵਿੱਚ ਰਾਜਕੁਮਾਰ ਦਾ ਪਿਤਾ ਕਿਸੇ ਹੋਰ ਕੁੜੀ ਦੇ ਨਾਲ ਆਪਣੇ ਪੁੱਤਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਿਹਾ ਸੀ। ਆਰੀਆ ਨੇ ਦੂਰ ਤੋਂ ਵੇਖਿਆ ਤੇ ਉਦਾਸ ਹੋ ਗਈ ਕਿ ਉਹ ਰਾਜਕੁਮਾਰ ਨਾਲ ਵਿਆਹ ਨਹੀਂ ਕਰ ਸਕਦੀ। ਦਿਨ ਬੀਤੇ ਪਰ ਉਹ ਰਾਜਕੁਮਾਰ ਨਾਲ ਗੱਲ ਨਹੀਂ ਕਰ ਸਕੀ। ਆਰੀਆ ਜਾਣਦੀ ਸੀ ਕਿ ਦਵਾਈ ਦਾ ਅਸਰ ਛੇਤੀ ਖਤਮ ਹੋ ਜਾਵੇਗਾ ਅਤੇ ਉਹ ਛੇਤੀ ਆਪਣੀ ਸਾਰੀਆਂ ਯਾਦਾਂ ਨੂੰ ਗਵਾ ਦੇਵੇਗੀ। ਆਰੀਆ ਸੋਚਣ ਲੱਗੀ ਕਿ ਆਪਣੀ ਆਵਾਜ਼ ਦੇ ਬਗੈਰ ਉਸ ਦੇ ਲਈ ਰਾਜਕੁਮਾਰ ਨੂੰ ਆਪਣੇ ਪਿਆਰ ਵਿੱਚ ਪਾ ਸਕਣਾ ਨਾਮੁਮਕਨ ਹੈ। ਅਤੇ ਫਿਰ ਤੀਜਾ ਦਿਨ ਆ ਪਹੁੰਚਿਆ। ਆਰੀਆ ਬਹੁਤ ਉਦਾਸ ਸੀ, ਪਰ ਉਸੇ ਵੇਲੇ ਕੁਝ ਅਜਿਹਾ ਹੋਇਆ ਜਿਸ ਦੀ ਕਿਸੇ ਨੂੰ ਉਮੀਦ ਨਹੀਂ ਸੀ। ਉਸ ਦੀ ਜਲ ਪਰੀ ਭੈਣਾਂ ਸਮੁੰਦਰ ਤੋਂ ਬਾਹਰ ਆਈਆਂ ਅਤੇ ਫਿਰ ਉਸ ਦੀ ਦਾਦੀ ਵੀ। ਮੇਰੀ ਪਿਆਰੀ ਪੋਤਰੀਏ, ਅਸੀਂ ਤੈਨੂੰ ਬਚਾਉਣ ਅਤੇ ਚੁੜੈਲ ਦਾ ਕਾਲਾ ਜਾਦੂ ਤੋੜਨ ਆਈਆਂ। ਉਸੇ ਵੇਲੇ ਲਹਿਰਾਂ ਇੱਕ ਵੱਡੀ ਫੁਹਾਰ ਬਣ ਕੇ ਉੱਠੀਆਂ ਅਤੇ ਆਰੀਆ ਦੇ ਪਿਤਾ ਰਾਜਾ ਪੋਸਾਈਡਨ ਪਾਣੀ ਤੋਂ ਬਾਹਰ ਆਏ। ਆਰੀਆ, ਮੇਰੀ ਸੋਹਣੀਏ ਧੀਏ, ਤੂੰ ਇੰਨੇ ਖਤਰੇ ਵਿੱਚ ਚਲੀ ਗਈ ਜਿੱਥੋਂ ਮੈਂ ਤੈਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਤੇਰੀ ਆਵਾਜ਼ ਬਚਾਉਣ ਲਈ ਇਸ ਸੀਪ ਵਿੱਚ ਮੈਂ ਚੁੜੇਲ ਦਾ ਜਾਦੂ ਤੋੜ ਦਿੱਤਾ ਤਾਂ ਜੋ ਤੂੰ ਆਪਣੀ ਆਵਾਜ਼ ਪਾ ਸਕੇ ਅਤੇ ਤੂੰ ਸਾਨੂੰ ਹਮੇਸ਼ਾ ਯਾਦ ਰੱਖੇਂਗੀ। ਸਮੁੰਦਰ ਦੇ ਰਾਜਾ ਨੇ ਦਾਦੀ ਦੇ ਹੱਥ ਵਿੱਚ ਆਪਣੇ ਤਿਰਸ਼ੂਲ ਨੂੰ ਇਸ਼ਾਰਾ ਕੀਤਾ ਅਤੇ ਜਾਦੂ ਟੁੱਟ ਗਿਆ। ਆਰੀਆ ਨੂੰ ਉਸ ਦੀ ਆਵਾਜ਼ ਵਾਪਸ ਮਿਲ ਗਈ। ਮੇਰੀ ਆਵਾਜ਼! ਧੰਨਵਾਦ ਮੇਰੇ ਪਿਆਰੇ ਪਰਿਵਾਰ, ਮੈਨੂੰ ਤੁਹਾਡੇ ਨਾਲ ਬਹੁਤ ਪਿਆਰ ਹੈ। ਨਹੀਂ। ਵੇਲ ਵਿਲੀ ਨੇ ਨਿੱਕੀ ਜਲਪਰੀ ਨੂੰ ਰਾਜਕੁਮਾਰ ਦੀ ਕਿਸ਼ਤੀ ਦੇ ਵੱਲ ਪਹੁੰਚਾਇਆ। ਰਾਜਕੁਮਾਰ ਅਤੇ ਇੱਕ ਦੂਜੇ ਦੇਸ਼ ਦੀ ਰਾਜਕੁਮਾਰੀ ਵਿਆਹ ਕਰਨ ਹੀ ਵਾਲੇ ਸੀ ਕਿ ਤਦ ਹੀ ਅਚਾਨਕ ਰਾਜਕੁਮਾਰ ਨੇ ਕੁਝ ਸੁਣਿਆ ਅਤੇ ਉਹ ਰੁਕ ਗਿਆ। ਇੱਕ ਵਾਰ ਫੇਰ ਤੋਂ ਇਹ ਆਰੀਆ ਦੀ ਮਨਮੋਹਣੀ ਆਵਾਜ਼ ਸੀ। ਆਰੀਆ ਨੂੰ ਵੇਲ ਤੇ ਵੇਖ ਕੇ ਰਾਜਕੁਮਾਰ ਐਡਵਰਡ ਉਸ ਨਾਲ ਗੱਲ ਕਰਨ ਦੇ ਲਈ ਪਾਣੀ ਵਿੱਚ ਕੁੱਦ ਗਿਆ। ਇਹ ਤੁਸੀਂ ਸੀ? ਮੈਂ ਜਾਣਦਾ ਸੀ ਤੁਸੀਂ ਉਹ ਕੁੜੀ ਹੋ ਜਿਸ ਨੇ ਮੇਰੀ ਜਾਨ ਬਚਾਈ। ਮੇਰਾ ਨਾਂ ਆਰੀਆ ਹੈ। ਤੇ ਇਸ ਤਰ੍ਹਾਂ ਰਾਜਕੁਮਾਰ ਐਡਵਰਡ ਨੇ ਆਪਣਾ ਵਿਆਹ ਰੱਦ ਕਰ ਦਿੱਤਾ ਅਤੇ ਸਮੁੰਦਰ ਦੇ ਰਾਜਾ ਪੋਸਾਈਡਨ ਦੇ ਨਾਲ ਸ਼ਾਂਤੀ ਕਾਇਮ ਕਰ ਲਈ। ਆਰੀਆ ਅਜਿਹੀ ਪਹਿਲੀ ਜਲ ਪਰੀ ਸੀ ਜਿਸ ਨੇ ਧਰਤੀ ਤੇ ਇੱਕ ਮਨੁੱਖ ਬਣ ਕੇ ਜੀਣਾ ਸਿੱਖਿਆ ਅਤੇ ਸਮੁੰਦਰ ਵਿੱਚ ਇੱਕ ਜਲ ਪਰੀ ਦੇ ਰੂਪ ਵਿੱਚ। ਅਤੇ ਅੱਗੇ ਚੱਲ ਕੇ ਉਹ ਤੇ ਰਾਜਕੁਮਾਰ ਐਡਵਰਡ ਦੋਸਤ ਬਣ ਗਏ ਤੇ ਵਿਆਹ ਕਰ ਲਿਆ ਤੇ ਹਮੇਸ਼ਾ ਖੁਸ਼ੀ ਨਾਲ ਰਹਿਣ ਲੱਗੇ।
ਨਿੱਕੀ ਜਲ ਪਰੀ ਬੇਬੀ ਸ਼ਾਰਕ। ਇੱਕ ਸਮੇਂ ਦੀ ਗੱਲ ਹੈ, ਚਮਕਦੇ ਗਹਿਰੇ ਸਮੁੰਦਰ ਦੇ ਥੱਲੇ ਠੰਡੇ ਪਾਣੀ ਵਿੱਚ ਇੱਕ ਵੱਡਾ ਅਤੇ ਬਹੁਤ ਹੀ ਖਤਰਨਾਕ ਸ਼ਾਰਕ ਗੈਂਗ ਸੀ, ਜਿਸ ਤੋਂ ਹਰ ਕੋਈ ਡਰਦਾ ਸੀ। ਸ਼ਾਰਕ ਗੈਂਗ ਸਾਰੇ ਸਮੁੰਦਰੀ ਜੀਵਾਂ ਦੇ ਨਾਲ ਬੁਰਾ ਵਿਵਹਾਰ ਕਰਦਾ ਅਤੇ ਉਹਨਾਂ ਨੂੰ ਆਪਣੇ ਵੱਡੇ ਤਿੱਖੇ ਦੰਦਾਂ ਨਾਲ ਡਰਾਉਂਦਾ। ਸਭ ਤੋਂ ਨਿੱਕੇ ਵਾਲੇ ਨੂੰ ਬੇਬੀ ਸ਼ਾਰਕ ਕਿਹਾ ਜਾਂਦਾ ਸੀ ਅਤੇ ਉਸ ਨੂੰ ਨੱਚਣਾ ਤੇ ਗਾਣਾ ਬਹੁਤ ਪਸੰਦ ਸੀ। ਤੂੰ ਫੇਰ ਤੋਂ ਗਾ ਰਿਹਾ ਹੈ? ਸਾਡੇ ਵਰਗੇ ਸ਼ਾਰਕ ਨਹੀਂ ਗਾਉਂਦੇ ਹਨ ਬੇਬੀ ਸ਼ਾਰਕ, ਸਮਝ ਗਿਆ? ਕਿਉਂਕਿ ਅਸੀਂ ਇੱਕ ਗੈਂਗ ਹਾਂ। ਪਰ ਨਹੀਂ, ਮੈਂ ਤੁਹਾਡੇ ਵਰਗਾ ਨਹੀਂ ਆ। ਮੈਂ ਕਿਸੇ ਨੂੰ ਚੋਟ ਨਹੀਂ ਪਹੁੰਚਾਉਣਾ ਚਾਹੁੰਦਾ। ਚੁੱਪ ਰਹੋ, ਇਹ ਬਕਵਾਸ ਹੈ। ਮਤਲਬੀ ਸ਼ਾਰਕ ਗਿਰੋਹ ਬੇਬੀ ਸ਼ਾਰਕ ਨੂੰ ਆਪਣੇ ਨਾਲ ਲੈ ਗਿਆ ਅਤੇ ਸਮੁੰਦਰ ਦੇ ਹਨੇਰੇ ਹਿੱਸੇ ਵੱਲ ਤੈਰ ਗਿਆ, ਜਿੱਥੇ ਸਮੁੰਦਰੀ ਚੁੜੈਲ ਵੇਗਾ ਆਪਣੀ ਗੁਫਾ ਵਿੱਚ ਰਹਿੰਦੀ ਸੀ। ਉੱਥੇ ਨਾਗ ਗੁਫਾ ਦੇ ਪ੍ਰਵੇਸ਼ ਦੁਆਰ ਤੇ ਨਜ਼ਰ ਗੜਾਈ ਬੈਠਾ ਸੀ, ਪਰ ਉਹ ਆਪਣੇ ਦੋਹਰੇ ਸਿਰ ਦੇ ਨਾਲ ਸਮੁੰਦਰੀ ਸ਼ੈਵਾਲ ਆਈਸਕ੍ਰੀਮ ਖਾਣ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ। ਬਹੁਤ ਸਵਾਦਿਸ਼ਟ। ਹੁਣ ਮੇਰਾ ਆਰਾਮ ਕਰਨ ਦਾ ਬਣਦਾ ਹੈ। ਕੋਈ ਗੱਲ ਨਹੀਂ। ਸੱਪ ਨੇ ਸ਼ਾਰਕ ਨੂੰ ਆਪਣੇ ਪਿੱਛੇ ਤੈਰਦੇ ਹੋਏ ਵੀ ਨਹੀਂ ਵੇਖਿਆ। ਬੇਬੀ ਸ਼ਾਰਕ ਨੇ ਆਪਣੇ ਮਤਲਬੀ ਭਰਾਵਾਂ ਦੀ ਆਗਿਆ ਦਾ ਮਨ ਮਾਰ ਕੇ ਪਾਲਣ ਕੀਤਾ ਤੇ ਸਮੁੰਦਰੀ ਚੁੜੈਲ ਵੇਗਾ ਦਾ ਭਿਆਨਕ ਚਿਹਰਾ ਵੇਖਿਆ। ਤੁਸੀਂ ਆਖਰਕਾਰ ਆ ਹੀ ਗਏ। ਮੈਨੂੰ ਇੰਨੇ ਸਮੁੰਦਰਾਂ ਵਿੱਚ ਤੁਹਾਡੇ ਤੇ ਸਭ ਤੋਂ ਜ਼ਿਆਦਾ ਭਰੋਸਾ ਹੈ। ਸੋਚੋ ਕਿਉਂ? ਕਿਉਂਕਿ ਅਸੀਂ ਪੂਰੇ ਸਾਗਰ ਵਿੱਚ ਸ਼ਾਰਕਸ ਦੇ ਸਭ ਤੋਂ ਵੱਡੇ ਖਤਰਨਾਕ ਅਤੇ ਭਿਆਨਕ ਗਿਰੋਹ ਚੋਂ ਹਾਂ। ਬਿਲਕੁਲ, ਮੈਨੂੰ ਭੁੱਖ ਲੱਗੀ ਹੈ। ਜਾਓ, ਮੈਨੂੰ ਇੱਕ ਪਿਆਰਾ ਜਿਹਾ ਡਾਲਫਿਨ ਲਿਆ ਕੇ ਦਿਓ ਤੇ ਮੇਰਾ ਢਿੱਡ ਭਰੋ। ਸਮਝ ਗਿਆ, ਕੇਕ ਦਾ ਟੁਕੜਾ। ਸ਼ਾਰਕ ਗੈਂਗ ਵੇਗਾ ਦੀ ਆਗਿਆ ਦਾ ਪਾਲਨ ਕਰਨ ਦੇ ਲਈ ਗੁਫਾ ਤੋਂ ਉਸੇ ਵੇਲੇ ਨਿਕਲ ਪਿਆ। ਉਹ ਇੰਨੀ ਤੇਜ਼ੀ ਨਾਲ ਤੈਰ ਰਹੇ ਸੀ ਕਿ ਬੇਬੀ ਸ਼ਾਰਕ ਨੂੰ ਉਹਨਾਂ ਦੇ ਨਾਲ ਤੈਰਨ ਵਿੱਚ ਪਰੇਸ਼ਾਨੀ ਹੋ ਰਹੀ ਸੀ। ਕਦੇ-ਕਦੇ ਉਹ ਆਪਣੇ ਵੱਡੇ ਭਰਾਵਾਂ ਦੇ ਨਾਲ ਉਹਨਾਂ ਦੇ ਵੱਡੇ ਪੰਖਾਂ ਦੇ ਵਿੱਚ ਪਿਸ ਵੀ ਜਾਂਦਾ ਸੀ। ਉਸ ਨੂੰ ਇਹ ਯੋਜਨਾ ਪਸੰਦ ਨਹੀਂ ਆਈ। ਇਸੇ ਦਰਮਿਆਨ ਸ਼ਾਨਦਾਰ ਦੀਪ ਸਮੁੰਦਰ ਸਾਮਰਾਜ ਵਿੱਚ ਰਾਜਾ ਪੋਸਾਈਡਨ ਦੀਆਂ 3 ਖੂਬਸੂਰਤ ਜਲ ਪਰੀ ਧੀਆਂ ਸ਼ਾਹੀ ਸਮੁੰਦਰ ਦੇ ਕਮਰੇ ਵਿੱਚ ਖੇਡਿਆ ਕਰਦੀਆਂ ਸੀ। ਆਰੀਆ ਆਪਣੀ ਭੈਣਾਂ ਵਿੱਚੋਂ ਸਭ ਤੋਂ ਛੋਟੀ ਤੇ ਸਭ ਤੋਂ ਸੋਹਣੀ ਸੀ। ਆਪਣੀ ਪੁੱਛ ਦੇ ਨਾਲ ਸਮੁੰਦਰ ਵਿੱਚ ਰਹਿਣ ਵਿੱਚ ਵੀ ਉਹ ਸਮਰਥ ਸੀ ਤੇ ਜਦੋਂ ਉਹ ਆਪਣੇ ਪਤੀ ਰਾਜਕੁਮਾਰ ਐਡਵਰਡ ਦੇ ਕੋਲ ਵਾਪਸ ਜ਼ਮੀਨ ਤੇ ਹੁੰਦੀ ਤਾਂ ਉਸ ਦੀ ਪੁੱਛ ਲੱਤਾਂ ਤੇ ਪੈਰਾਂ ਵਿੱਚ ਬਦਲ ਜਾਂਦੀ। ਮੈਨੂੰ ਲੱਗਦਾ ਹੈ ਕਿ ਤੁਹਾਨੂੰ ਬਸ ਇੰਨਾ ਹੀ ਚਾਹੀਦਾ ਹੈ। ਤੁਸੀਂ ਗੱਲ ਕਰ ਸਕੋ। ਸਹੀ, ਮੈਂ ਇੱਕ ਵਾਕੀ ਟਾਕੀ ਹਾਂ। ਮੈਨੂੰ ਰਾਜਾ ਦੀ ਜਾਦੂਈ ਸ਼ਕਤੀਆਂ ਵਾਲੀ ਕਹਾਣੀ ਫੇਰ ਤੋਂ ਸੁਣਾਓ। ਇੱਕ ਦਿਨ ਜਦੋਂ ਸਾਰੀਆਂ ਮੱਛੀਆਂ ਗਰਮੀ ਦੇ ਮਹਾਸਾਗਰ ਦਾ ਆਨੰਦ ਲੈ ਰਹੀਆਂ ਸੀ, ਨਿੱਕੇ ਡਾਲਫਿਨ ਡਾਲਫੀ ਆਪਣੀ ਪਿਆਰੀ ਸਹੇਲੀ ਆਰੀਆ ਜਲਪਰੀ ਨੂੰ ਮਿਲਣ ਦੇ ਲਈ ਗਹਿਰੇ ਸਮੁੰਦਰੀ ਰਾਜ ਵਿੱਚ ਆਈ। ਰਾਜਾ ਪੋਸਾਈਡਨ ਨੇ ਡਾਲਫੀ ਨੂੰ ਕਿਹਾ ਕਿ ਆਰੀਆ ਉੱਥੇ ਨਹੀਂ, ਸਗੋਂ ਧਰਤੀ ਤੇ ਰਾਜਕੁਮਾਰ ਐਡਵਰਡ ਦੇ ਕੋਲ ਹੈ। ਇਸ ਲਈ ਨਿੱਕੀ ਡਾਲਫਿਨ ਡਾਲਫੀ ਨੇ ਉਸ ਨੂੰ ਵੇਖਣ ਦੇ ਲਈ ਜਾਣ ਦਾ ਫੈਸਲਾ ਕੀਤਾ ਅਤੇ ਸਤ੍ਹਾ ਦੇ ਵੱਲ ਤੈਰ ਗਈ। ਪਰ ਉਸੇ ਵੇਲੇ ਖਤਰਨਾਕ ਸ਼ਾਰਕ ਗਿਰੋਹ ਨੇ ਉਸ ਨੂੰ ਵੇਖਿਆ ਤੇ ਉਸ ਦੇ ਰਸਤੇ ਵਿੱਚ ਆ ਗਏ। ਏ ਬੌਸ, ਇੱਥੇ ਇੱਕ ਛੋਟੀ ਡਾਲਫਿਨ ਹੈ, ਬਿਲਕੁਲ ਜਿਹੋ ਜਿਹੀ ਵੇਗਾ ਭੋਜਨ ਦੇ ਲਈ ਚਾਹੁੰਦੀ ਹੈ। ਹਾਂ, ਜਦੋਂ ਮੈਂ 3 ਤੱਕ ਗਿਣਤੀ ਕਰਾਂ ਤੁਸੀਂ ਉਹਨੂੰ ਘੇਰ ਲਓ। 1 2
ਪਰ ਵੱਡੇ ਭਰਾ ਦੇ 3 ਗਿਣਨ ਤੋਂ ਪਹਿਲਾਂ ਹੀ ਸਭ ਤੋਂ ਬੇਵਕੂਫ ਸ਼ਾਰਕ ਬਾਹਰ ਕੁੱਦ ਗਿਆ। ਮੈਂ ਹਲੇ ਤੱਕ ਤੈਨੂੰ ਨਹੀਂ ਕਿਹਾ। ਬੇਬੀ ਸ਼ਾਰਕ ਨੇ ਵੇਖਿਆ ਕਿ ਕੀ ਹੋ ਰਿਹਾ ਸੀ ਅਤੇ ਉਸਨੇ ਆਪਣੇ ਭਰਾਵਾਂ ਨੂੰ ਡਾਲਫਿਨ ਦਾ ਅਪਹਰਣ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਰੁਕੋ, ਮੈਂ ਕਿਹਾ ਰੁਕੋ, ਉਸ ਨੂੰ ਨੁਕਸਾਨ ਨਾ ਪਹੁੰਚਾਓ। ਪਰ ਉਸਦੇ ਵੱਡੇ ਭਰਾ ਵੱਡੇ ਅਤੇ ਬੜੇ ਤਾਕਤਵਰ ਸੀ। ਉਹ ਡਾਲਫਿਨ ਨੂੰ ਫੜਨ ਦੇ ਲਈ ਉਸਦੇ ਠੀਕ ਪਿੱਛੇ ਤੈਰ ਰਹੇ ਸੀ। ਕਾਸ਼ ਮੈਂ ਇੱਕ ਵੱਡਾ ਤਾਕਤਵਰ ਸ਼ਾਰਕ ਹੁੰਦਾ, ਤਦ ਮੈਂ ਆਪਣੇ ਭਰਾਵਾਂ ਨੂੰ ਰੋਕ ਸਕਦਾ ਸੀ। ਮੈਨੂੰ ਉਸ ਛੋਟੇ ਡਾਲਫਿਨ ਦੀ ਜਾਨ ਬਚਾਣੀ ਹੈ। ਬੇਬੀ ਸ਼ਾਰਕ ਆਪਣੇ ਭਰਾਵਾਂ ਦੇ ਪਿੱਛੇ ਤੈਰਨ ਲੱਗਾ ਅਤੇ ਡਾਲਫਿਨ ਨੂੰ ਬਚਾਉਣ ਦੇ ਬਾਰੇ ਸੋਚਣ ਲੱਗਾ। ਇੱਧਰ ਕਿਨਾਰੇ ਤੇ ਆਰਿਆ ਅਤੇ ਪ੍ਰਿੰਸ ਐਡਵਰਡ ਸਮੁੰਦਰ ਦੇ ਕਿਨਾਰੇ ਮਹਿਲ ਦੇ ਘਾਟ ਤੇ ਸਟਾਪੂ ਦਾ ਖੇਡ ਰਹੇ ਸੀ। ਆਰਿਆ ਦੇ ਲਈ ਉਹ ਡੌਕ ਉਸ ਦੇ ਸਾਹਮਣੇ ਦਾ ਦਰਵਾਜ਼ਾ ਸੀ। ਜੀ 6 7 ਹਾਂ 7। ਹੁਣ ਤੁਹਾਡੀ ਵਾਰੀ ਹੈ। ਇਸ ਨੂੰ ਵੇਖੋ 1 2 3 4 5 6 7 8। ਓ ਨਹੀਂ, ਤੁਸੀਂ ਜਿੱਤ ਗਏ। ਪਰ ਸਮੁੰਦਰ ਦੇ ਥੱਲੇ ਸਭ ਕੁਝ ਠੀਕ ਨਹੀਂ ਸੀ। ਸਮੁੰਦਰ ਦੇ ਹਨੇਰੇ ਹਿੱਸੇ ਵਿੱਚ ਨਿੱਕੀ ਡਾਲਫੀ ਰੋ ਰਹੀ ਸੀ, ਇੱਕ ਪਿੰਜਰੇ ਵਿੱਚ। ਮਦਦ ਕਰੋ, ਕੀ ਕੋਈ ਬਾਹਰ ਹੈ? ਮੈਂ ਪਿੰਜਰੇ ਵਿੱਚ ਫਸ ਗਈ ਹਾਂ। ਮੈਂ ਕਾਲ ਕੋਠੜੀ 'ਚ ਕਿਉਂ ਆ? ਮੇਰੀ ਮਦਦ ਕਰੋ, ਮੇਰੀ ਮਦਦ ਕਰੋ। ਮੈਂ ਕਿਸੇ ਦਾ ਭੋਜਨ ਨਹੀਂ ਬਣਨਾ। ਸੱਪ ਨੇ ਉਸ ਨੂੰ ਸੁਣਿਆ ਅਤੇ ਪਿੰਜਰੇ ਦੇ ਸਾਹਮਣੇ ਆਇਆ। ਓਏ, ਅਸੀਂ ਤੈਨੂੰ ਕਿਸੇ ਮਕਸਦ ਨਾਲ ਫੜਿਆ ਹੈ, ਸਮਝ ਗਈ? ਮਕਸਦ ਨਾਲ। ਹੁਣ ਚੁੱਪ ਕਰ, ਤੂੰ ਕੈਦੀ ਹੈ। ਮੇਰੇ ਭੋਜਨ ਦੇ ਨਾਲ ਖੇਡਣਾ ਬੰਦ ਕਰ ਸੱਪ। ਜਾ ਇੱਥੋਂ, ਜਾ ਕੇ ਪਹਿਰਾ ਦੇ। ਚੰਗਾ, ਜੇ ਆਰਿਆ ਦੀ ਨਿੱਕੀ ਡਾਲਫਿਨ ਸਹੇਲੀ ਨਹੀਂ ਹੈ ਤਾਂ ਡਿਨਰ ਤੇ ਆਉਣ ਦੇ ਲਈ ਤੇਰਾ ਧੰਨਵਾਦ। ਡਾਲਫੀ ਡਰ ਗਈ ਸੀ, ਪਰ ਜਿਵੇਂ ਹੀ ਸਮੁੰਦਰੀ ਚੁੜੈਲ ਵੇਗਾ ਘੁੰਮਦੇ ਹੋਏ ਦੂਰ ਗਈ, ਬੇਬੀ ਸ਼ਾਰਕ ਨੇ ਦੀਵਾਰ ਦੀ ਦਰਾਰਾਂ ਤੋਂ ਝਾਂਕਿਆ। ਇਹ ਹੈਰਾਨ ਕਰਨ ਵਾਲਾ ਸੀ ਕਿ ਡੈਨ ਦੀ ਗੁਫਾ ਵਿੱਚ ਆਲੇ ਦੁਆਲੇ ਸੁਰੱਖਿਆ ਦੀ ਕਿੰਨੀ ਕਮੀ ਸੀ। ਡਾਲਫੀ ਇੱਕਦਮ ਤੋਂ ਡਰ ਗਈ। ਹਾਏ, ਡਰ ਨਾ, ਸਭ ਠੀਕ ਹੈ ਨਿੱਕੀ ਡਾਲਫਿਨ। ਮੈਂ ਆਪਣੇ ਭਰਾਵਾਂ ਦੀ ਤਰ੍ਹਾਂ ਨਹੀਂ ਆ। ਮੈਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ। ਸੱਚੀ? ਤੂੰ ਮੈਨੂੰ ਧੋਖਾ ਤੇ ਨਹੀਂ ਦੇ ਰਿਹਾ ਨਾ? ਨਹੀਂ, ਮੈਂ ਇੱਥੇ ਤੈਨੂੰ ਬਚਾਉਣ ਦੇ ਲਈ ਆਇਆ। ਬੇਬੀ ਸ਼ਾਰਕ ਨੇ ਸਲਾਖਾਂ ਨੂੰ ਕੁਤਰਨਾ ਸ਼ੁਰੂ ਕਰ ਦਿੱਤਾ, ਪਰ ਪਿੰਜਰਾ ਬਹੁਤ ਮਜ਼ਬੂਤ ਸੀ। ਆਰਿਆ, ਤੈਨੂੰ ਜਲਪਰੀ ਆਰਿਆ ਨੂੰ ਦੱਸਣਾ ਚਾਹੀਦਾ ਹੈ। ਉਹ ਜ਼ਮੀਨ ਤੇ ਸਮੁੰਦਰ ਦੇ ਨੇੜੇ ਮਹਿਲ ਵਿੱਚ ਹੈ। ਉਹ ਮਦਦ ਕਰ ਸਕਦੀ ਹੈ। ਬੇਬੀ ਸ਼ਾਰਕ ਨੇ ਡਾਲਫੀ ਦੀ ਗੱਲ ਸੁਣੀ ਅਤੇ ਪਾਣੀ ਦੀ ਸਤ੍ਹਾ ਵੱਲ ਤੈਰ ਗਿਆ। ਸਤ੍ਹਾ ਤੇ ਜਲਪਰੀ ਆਰਿਆ ਅਤੇ ਪ੍ਰਿੰਸ ਐਡਵਰਡ ਨੇ ਸੂਰਜ ਡੁੱਬਣ ਦੇ ਸਮੇਂ ਪਾਣੀ ਵਿੱਚ ਆਪਣੇ ਪੈਰ ਛਿੱਟੇ, ਪਰ ਉਸੇ ਵੇਲੇ ਉਹਨਾਂ ਨੇ ਆਪਣੇ ਨੇੜੇ ਆਉਂਦੇ ਸ਼ਾਰਕ ਨੂੰ ਵੇਖਿਆ। ਇਹ ਕੀ ਹੈ? ਡਾਲਫਿਨ? ਇਹ ਇੱਕ ਸ਼ਾਰਕ ਹੈ ਮੇਰੇ ਰਾਜਕੁਮਾਰ, ਚੁਕੰਨੇ ਰਹੋ। ਬੇਬੀ ਸ਼ਾਰਕ ਡੌਕ ਦੇ ਨੇੜੇ ਆਇਆ ਤੇ ਆਪਣਾ ਸਿਰ ਪਾਣੀ ਤੋਂ ਬਾਹਰ ਕੱਢਿਆ। ਡਰੋ ਨਾ, ਮੈਂ ਬੇਬੀ ਸ਼ਾਰਕ ਹਾਂ। ਸਾਡੀ ਨਿੱਕੀ ਡਾਲਫਿਨ ਦੋਸਤ ਮੁਸ਼ਕਿਲ ਵਿੱਚ ਹੈ। ਉਹ ਵੇਗਾ ਦੀ ਗੁਫਾ ਵਿੱਚ ਕੈਦੀ ਹੈ। ਡਾਲਫੀ, ਬਾਏ ਬਾਏ ਐਡਵਰਡ। ਕੀ ਉਹ ਸ਼ਾਰਕ ਸੇ ਬੋਲਦੀ ਹੈ? ਜਦ ਆਰਿਆ ਸਮੁੰਦਰ ਵਿੱਚ ਕੁੱਦ ਗਈ ਤਾਂ ਉਸਦੇ ਪੈਰ ਗਾਇਬ ਹੋ ਗਏ ਅਤੇ ਉਸਦੀ ਪੁੱਛ ਵਾਪਸ ਆ ਗਈ। ਆਰਿਆ ਅਤੇ ਬੇਬੀ ਸ਼ਾਰਕ ਨੇ ਸੱਪ ਦਾ ਅਤੀਤ ਖੋਹ ਲਿਆ ਜਦੋਂ ਆਪਣੀ ਪੁੱਛ ਪਕੜਨ ਦੀ ਕੋਸ਼ਿਸ਼ ਵਿੱਚ ਰੁੱਝਿਆ ਹੋਇਆ ਸੀ। ਪਰ ਸਮੁੰਦਰੀ ਚੁੜੈਲ ਪਹਿਲਾਂ ਤੋਂ ਹੀ ਆਰਿਆ ਨੂੰ ਆਪਣੇ ਜਾਦੂ ਦੇ ਕ੍ਰਿਸਟਲ ਮੋਤੀ ਦੇ ਜ਼ਰੀਏ ਵੇਖ ਰਹੀ ਸੀ। ਓ ਅੱਛਾ, ਮੈਨੂੰ ਲੱਗਦਾ ਹੈ ਤੂੰ ਆਪਣੀ ਨਿੱਕੀ ਦੋਸਤ ਨੂੰ ਬਚਾਉਣ ਦੇ ਲਈ ਇੱਥੇ ਹੈ।
ਮੈਂ ਇੱਕ ਦੇ ਬਦਲੇ 2 ਵਸੂਲਦੀ ਆਂ। ਵੇਗਾ ਨੇ ਜ਼ਹਿਰੀਲੀ ਸ਼ਾਹੀ ਦੇ ਨਾਲ ਆਰਿਆ ਨੂੰ ਹੈਰਾਨ ਕਰ ਦਿੱਤਾ। ਆਪਣੇ ਜਾਲਾਂ ਦਾ ਇਸਤੇਮਾਲ ਕਰਕੇ ਉਹਨਾਂ ਨੂੰ ਪਾਣੀ ਦੇ ਜ਼ਰੀਏ ਗੋਲੀ ਮਾਰ ਦਿੱਤੀ, ਪਰ ਆਰਿਆ ਨੇ ਉਹਨਾਂ ਨੂੰ ਚਕਮਾ ਦੇ ਦਿੱਤਾ। ਜਦੋਂ ਆਰਿਆ ਵੇਗਾ ਨਾਲ ਲੜ ਰਹੀ ਸੀ, ਬੇਬੀ ਸ਼ਾਰਕ ਨੂੰ ਕਾਲ ਕੋਠਰੀ ਦੀ ਚਾਬੀ ਮਿਲ ਗਈ ਤੇ ਉਸਨੇ ਨਿੱਕੀ ਡਾਲਫਿਨ ਨੂੰ ਬਚਾ ਲਿਆ। ਆਰਿਆ ਸਮੁੰਦਰੀ ਚੁੜੈਲ ਨੂੰ ਨਹੀਂ ਹਰਾ ਸਕਦੀ ਸੀ, ਇਸ ਲਈ ਉਸਨੇ ਸਮੁੰਦਰ ਦੇ ਜਾਦੂ ਦਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਜੋ ਸਮੁੰਦਰ ਦੇ ਰਾਜਾ ਨੇ ਉਸ ਨੂੰ ਸਿਖਾਇਆ ਸੀ। ਪਾਣੀ ਦੀ ਧਾਰਾਵਾਂ ਹਵਾ ਤੇ ਰੌਸ਼ਨੀ ਦੀ ਤਰ੍ਹਾਂ ਵਗਣ ਲੱਗੀਆਂ ਅਤੇ ਸਿਆਹੀ ਦੀਆਂ ਗੇਂਦਾਂ ਨੂੰ ਉਸ ਨੂੰ ਲੱਗਣ ਤੋਂ ਰੋਕ ਦਿੱਤਾ। ਲੈ ਇਸ ਨੂੰ। ਪਰ ਇਹ ਕੀ? ਤੂੰ ਉਹਨਾਂ ਨੂੰ ਕਿਵੇਂ ਰੋਕ ਰਹੀ ਹੈ? ਲੋਕਾਂ ਨੂੰ ਚੋਟ ਪਹੁੰਚਾਉਣਾ ਬੰਦ ਕਰ ਵੇਗਾ। ਬੇਬੀ ਸ਼ਾਰਕ ਨੇ ਮੈਨੂੰ ਬਚਾਇਆ ਆਰਿਆ। ਹੁਣ ਚਲੋ ਇੱਥੋਂ ਨਿਕਲ ਚੱਲੀਏ। ਆਰਿਆ ਨੇ ਸੁਰੱਖਿਆ ਕਵਚ ਨਾਲ ਉਹਨਾਂ ਤਿੰਨਾਂ ਦੇ ਦੁਆਲੇ ਘੇਰਾ ਬਣਾ ਦਿੱਤਾ ਅਤੇ ਉਹਨਾਂ ਨੇ ਹਨੇਰੀ ਗੁਫਾ ਨੂੰ ਛੱਡ ਦਿੱਤਾ ਤੇ ਸਮੁੰਦਰੀ ਸਾਮਰਾਜ ਵਿੱਚ ਵਾਪਸ ਆ ਗਏ। ਵਾਹ, ਇਹ ਜਾਦੂਈ ਕਵਚ ਵਾਲੀ ਗੱਲ ਵਾਕਈ ਕਮਾਲ ਦੀ ਹੈ। ਤਾਂ ਇਹ ਇੱਕ ਲੰਮੀ ਜਲ ਯਾਤਰਾ ਹੈ। ਕੀ ਉਹ ਨਾਸ਼ਤਾ ਜਾਂ ਕੁਝ ਹੋਰ ਵੀ ਖਵਾਉਂਦੇ ਨੇ? ਮੈਨੂੰ ਅਫਸੋਸ ਹੈ ਕਿ ਮੈਂ ਤੈਨੂੰ ਗਲਤ ਸਮਝਿਆ ਬੇਬੀ ਸ਼ਾਰਕ। ਮੈਨੂੰ ਲੱਗਿਆ ਤੂੰ ਮਤਲਬੀ ਹੈ ਕਿਉਂਕਿ ਤੂੰ ਸ਼ਾਰਕ ਗੈਂਗ ਵਿੱਚ ਸੀ, ਪਰ ਮੈਂ ਤੈਨੂੰ ਆਪਣੇ ਦੋਸਤ ਦੇ ਰੂਪ ਵਿੱਚ ਪਾ ਕੇ ਬਹੁਤ ਖੁਸ਼ ਹਾਂ। ਧੰਨਵਾਦ। ਮੈਂ ਇੱਕ ਦੋਸਤ ਨੂੰ ਪਾ ਕੇ ਬਹੁਤ ਖੁਸ਼ ਹਾਂ। ਮੈਂ ਕਦੇ ਉਹ ਸ਼ਾਰਕ ਗੈਂਗ ਦਾ ਹਿੱਸਾ ਨਹੀਂ ਬਣਨਾ ਚਾਹੁੰਦਾ ਸੀ। ਕੋਈ ਗੱਲ ਨਹੀਂ ਬੇਬੀ ਸ਼ਾਰਕ, ਉਹਨਾਂ ਦੀ ਗੈਂਗ ਵਿੱਚ ਜਾਣ ਦੀ ਲੋੜ ਨਹੀਂ ਹੈ ਤੈਨੂੰ। ਇੱਥੇ ਮੇਰੇ ਦੋਸਤਾਂ ਦੇ ਨਾਲ ਸਮੁੰਦਰੀ ਰਾਜ ਵਿੱਚ ਹੀ ਰਹਿ, ਤੂੰ ਇੱਥੇ ਸੁਰੱਖਿਅਤ ਰਵੇਂਗਾ। ਬੇਬੀ ਸ਼ਾਰਕ ਨੂੰ ਸਮੁੰਦਰੀ ਰਾਜ ਨਾਲ ਪਿਆਰ ਸੀ ਅਤੇ ਆਪਣੇ ਦੋਸਤਾਂ ਨੂੰ ਆਪਣਾ ਮਨਪਸੰਦ ਗਾਣਾ ਸੁਣਾਉਣਾ ਵੀ। ਨਿੱਕੀ ਜਲ ਪਰੀ। ਗਹਿਰਾ ਨੀਲਾ ਸਮੁੰਦਰ। ਇੱਕ ਵਾਰ ਸਮੁੰਦਰ ਦੇ ਕਿਨਾਰੇ ਇੱਕ ਬਹੁਤ ਵੱਡਾ ਮਹਿਲ ਸੀ। ਉੱਥੇ ਪ੍ਰਿੰਸ ਐਡਵਰਡ ਤੇ ਉਹਨਾਂ ਦੀ ਪਤਨੀ ਖੁਸ਼ੀ ਨਾਲ ਰਹਿੰਦੇ ਸੀ। ਉਸ ਦਾ ਨਾਂ ਆਰਿਆ ਸੀ ਅਤੇ ਉਹ ਇੱਕ ਜਲ ਪਰੀ ਸੀ। ਸਮੁੰਦਰ ਵਿੱਚ ਬਹੁਤ ਡੂੰਘੀ ਹਨੇਰੀ ਗੁਫਾ ਵਿੱਚ ਇੱਕ ਹੋਰ ਮਹਿਲ ਸੀ, ਪਰ ਇਹ ਇੱਕ ਦੁਸ਼ਟ ਮਹਿਲ ਸੀ। ਸਮੁੰਦਰੀ ਰਾਜਾ ਦੀ ਸ਼ੈਤਾਨ ਭੈਣ ਸਮੁੰਦਰੀ ਰਾਜ ਨੂੰ ਨਸ਼ਟ ਕਰਨ ਅਤੇ ਆਪਣੇ ਭਰਾ ਦੀ ਗੱਦੀ ਖੋਹਣ ਦੇ ਲਈ ਨਿਤ ਨਵੀਂ ਯੋਜਨਾਵਾਂ ਤੇ ਸਾਜ਼ਿਸ਼ਾਂ ਰਚਿਆ ਕਰਦੀ ਸੀ। ਇੱਕ ਦਿਨ ਸ਼ੈਤਾਨ ਸਮੁੰਦਰੀ ਚੁੜੈਲ ਵੇਗਾ ਆਪਣੇ ਖਾਸ ਸੱਪ ਦੇ ਨਾਲ ਸਮੁੰਦਰ ਤਲ ਤੇ ਤੈਰ ਰਹੀ ਸੀ ਅਤੇ ਉਸਨੇ ਰੇਤ ਵਿੱਚ ਬੈਂਗਣੀ ਰੰਗ ਦੇ ਫਰੇਮ ਦੇ ਨਾਲ ਇੱਕ ਸ਼ੀਸ਼ਾ ਵੇਖਿਆ। ਜਾਦੂ ਦਾ ਸ਼ੀਸ਼ਾ ਇੱਥੇ ਮਹਾਸਾਗਰ ਦੇ ਤਲ ਵਿੱਚ? ਮੈਨੂੰ ਹੈਰਾਨੀ ਹੈ, ਇਹ ਕਿੱਥੋਂ ਆਇਆ ਇੱਥੇ? ਅਸੀਂ ਇਸ ਨੂੰ ਗੁਫਾ ਵਿੱਚ ਲੈ ਚਲਦੇ ਹਾਂ। ਇਸ ਮੇਰੇ ਆਕਾ, ਇਹ ਸਾਡੇ ਕੰਮ ਦਾ ਹੋ ਸਕਦਾ ਹੈ। ਇਸ ਸਮੁੰਦਰੀ ਚੁੜੈਲ ਵੇਗਾ ਨੇ ਸ਼ੀਸ਼ਾ ਲਿਆ ਅਤੇ ਆਪਣੀ ਗੁਫਾ ਵਿੱਚ ਚਲੀ ਗਈ। ਜਿਵੇਂ ਹੀ ਉਹ ਉੱਥੇ ਪਹੁੰਚੀ, ਉਹ ਸ਼ੀਸ਼ੇ ਦੇ ਸਾਹਮਣੇ ਖੜੀ ਸੀ, ਪਰ ਉਸ ਨੂੰ ਖੁਦ ਦਾ ਅਕਸ ਨਜ਼ਰ ਨਹੀਂ ਆ ਰਿਹਾ ਸੀ ਅਤੇ ਨਾ ਹੀ ਕਿਸੇ ਹੋਰ ਚੀਜ਼ ਦਾ। ਦਿਨ ਬੀਤਣ ਲੱਗੇ ਅਤੇ ਹਾਲੇ ਵੀ ਜਾਦੂ ਦਾ ਸ਼ੀਸ਼ਾ ਸਿਰਫ ਘੁੰਮਦਾ ਤੇ ਤੈਰਦਾ ਰਹਿੰਦਾ ਸੀ। ਸਮੁੰਦਰੀ ਚੁੜੈਲ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕਿਵੇਂ ਕੰਮ ਕਰਦਾ ਹੈ ਅਤੇ ਜਿਵੇਂ ਹੀ ਉਹ ਇਸ ਨੂੰ ਦੂਰ ਸੁੱਟਣ ਜਾ ਰਹੀ ਸੀ, ਭੰਵਰ ਬਦਲਣ ਲੱਗਾ। ਭੰਵਰ ਦੇ ਅੰਦਰ ਮੈਜਿਕ ਮਿਰਰ ਦਾ ਮਾਲਕ ਪ੍ਰਗਟ ਹੋਇਆ। ਇਹ ਦੁਸ਼ਟ ਰਾਣੀ ਹੇਲਾ ਸੀ।
ਸ਼ੀਸ਼ੇ ਸ਼ੀਸ਼ੇ, ਤੈਨੂੰ ਲੱਗਦਾ ਹੈ ਕਿ ਮੈਨੂੰ ਵਿਖਾ, ਮੈਨੂੰ ਵਿਖਾ, ਮੈਨੂੰ ਵਿਖਾ, ਤੂੰ ਕਿੱਥੇ ਡੁੱਬ ਗਿਆ। ਵੇਗਾ ਇਹ ਵੇਖ ਕੇ ਹੈਰਾਨ ਰਹਿ ਗਈ ਕਿ ਸ਼ੀਸ਼ੇ ਵਿੱਚ ਇੱਕ ਧਰਤੀਵਾਸੀ ਔਰਤ ਸੀ ਅਤੇ ਸਭ ਡਰ ਕੇ ਲੁਕ ਗਿਆ। मेरे आका इस शीशे दे अंदर वाली औरत तुसी नहीं हो। ਸਮੁੰਦਰੀ ਚੁੜੈਲ ਵੇਗਾ ਸ਼ੀਸ਼ੇ ਦੇ ਕੋਲ ਆਈ ਅਤੇ ਹੇਲਾ ਨੂੰ ਜਵਾਬ ਦਿੱਤਾ। ਇਹ ਜਾਦੂ ਦਾ ਸ਼ੀਸ਼ਾ ਸਮੁੰਦਰ ਦੇ ਥੱਲੇ ਹਨੇਰੇ ਪਾਣੀ ਵਿੱਚ ਹੈ ਅਤੇ ਪੋਸਾਈਡਨ ਦੀ ਭੈਣ ਦੇ ਕਬਜ਼ੇ ਵਿੱਚ ਹੈ ਤੇ ਉਹ ਮੈਂ ਆ। ਹੇਲਾ ਅਤੇ ਉਸ ਦਾ ਚੈਂਬਰ ਡੰਕੋ ਉਸ ਤੇ ਵਿਸ਼ਵਾਸ ਨਹੀਂ ਕਰ ਪਾ ਰਹੇ ਸੀ ਜੋ ਉਹਨਾਂ ਨੇ ਵੇਖਿਆ। ਇੱਕ ਲੰਮੇ ਲੰਮੇ ਪੈਰਾਂ ਵਾਲੀ ਸਮੁੰਦਰੀ ਜਨਾਨੀ। ਡੰਕੋ ਨੇ ਸਮੁੰਦਰੀ ਰਾਜ ਦੇ ਬਾਰੇ ਸੁਣਿਆ ਸੀ। ਉਹ ਉਸ ਦੁਨੀਆ ਦੀ ਸ਼ਕਤੀਆਂ ਦੇ ਬਾਰੇ ਚ ਰਾਣੀ ਨੂੰ ਫੁਸਫੁਸਾਇਆ। ਹੇਲਾ ਨੂੰ ਸਮੁੰਦਰ ਤੋਂ ਨਵੀਂ ਸ਼ਕਤੀਆਂ ਪ੍ਰਾਪਤ ਕਰਨ ਵਿੱਚ ਬਹੁਤ ਦਿਲਚਸਪੀ ਸੀ, ਇਸ ਲਈ ਉਸਨੇ ਸਮੁੰਦਰੀ ਚੁੜੈਲ ਨੂੰ ਇੱਕ ਪੇਸ਼ਕਸ਼ ਦਿੱਤੀ। ਠੀਕ ਹੈ ਜ਼ਮੀਨੀ ਚੁੜੈਲ ਸੈਂਡਵਿਚ, ਜੇ ਮੈਂ ਤੈਨੂੰ ਇੱਕ ਸੌਦਾ ਦਿਆਂ ਤਾਂ ਕਿਵੇਂ ਰਵੇਗਾ? ਤੂੰ ਬੁਰੇ ਦਿਲ ਦੀ ਰਾਣੀ, ਜੇ ਤੂੰ ਇੱਕ ਸਮੱਸਿਆ ਤੋਂ ਨਿਕਲਣ ਵਿੱਚ ਮੇਰੀ ਮਦਦ ਕਰੇਂਗੀ ਤਾਂ ਮੈਂ ਤੈਨੂੰ ਜਾਦੂਈ ਮੰਤਰਾਂ ਦੀ ਕਿਤਾਬ ਦਿਆਂਗੀ। ਸਮੁੰਦਰੀ ਚੁੜੈਲ ਵੇਗਾ ਨੇ ਜਲਪਰੀ ਆਰਿਆ ਅਤੇ ਪ੍ਰਿੰਸ ਐਡਵਰਡ ਦੇ ਬਾਰੇ ਚ ਦੁਸ਼ਟ ਹੇਲਾ ਨੂੰ ਸਭ ਕੁਝ ਦੱਸ ਦਿੱਤਾ। ਉਸਨੇ ਕਿਹਾ ਕਿ ਜੇ ਉਹ ਰਾਜਕੁਮਾਰ ਨੂੰ ਬੰਦੀ ਬਣਾ ਲਵੇ ਤਾਂ ਉਹ ਹਮੇਸ਼ਾ ਦੇ ਲਈ ਗਹਿਰੇ ਸਮੁੰਦਰੀ ਰਾਜ ਤੇ ਕਬਜ਼ਾ ਕਰ ਸਕਦੀ ਹੈ। 3 ਦਿਨ ਬਾਅਦ ਰਾਜਕੁਮਾਰ ਐਡਵਰਡ ਨੇ ਆਪਣੇ ਪਿਤਾ ਦੇ ਜਹਾਜ਼ ਤੇ ਸਮੁੰਦਰੀ ਯਾਤਰਾ ਦੀ ਤਿਆਰੀ ਸ਼ੁਰੂ ਕੀਤੀ। ਹਮੇਸ਼ਾ ਦੀ ਤਰ੍ਹਾਂ ਉਹ ਜਹਾਜ਼ ਦੇ ਕਮਾਨ ਤੇ ਚੜ੍ਹ ਗਿਆ ਅਤੇ ਬਦਲਾਂ ਨੂੰ ਵੇਖ ਕੇ ਮੌਸਮ ਦਾ ਅੰਦਾਜ਼ਾ ਲਾਉਣ ਲੱਗਾ। ਆਕਾਸ਼ ਸਾਫ਼ ਹੈ, ਮੌਸਮ ਗੁਲਾਬੀ ਹੈ ਅਤੇ ਬੱਦਲ ਜ਼ਿਆਦਾ ਨੇ। ਕਿਸ਼ਤੀ ਚਲਾਉਣ ਦੇ ਲਈ ਸਭ ਕੁਝ ਸਹੀ ਹੈ। ਇਸ ਦੇ ਬਾਅਦ ਪ੍ਰਿੰਸ ਐਡਵਰਡ ਰੇਲਿੰਗ ਤੇ ਝੁੱਕ ਕੇ ਵੇਖਣ ਜਾ ਰਿਹਾ ਸੀ ਕਿ ਕੀ ਪਾਣੀ ਸ਼ਾਂਤ ਹੈਗਾ, ਪਰ ਰਾਜਕੁਮਾਰ ਦਾ ਕੁੱਤਾ ਭੌਂਕਦਾ ਹੋਇਆ ਉਸ ਦੇ ਕੋਲ ਭੱਜਿਆ ਆਇਆ। ਕੁੱਤੇ ਨੇ ਉਸ ਨੂੰ ਜ਼ਮੀਨ ਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ। ਉਹ ਕੀ ਹੋਇਆ ਮੇਰੇ ਸਿਆਣੇ ਦੋਸਤ? ਕੀ ਕੋਈ ਖਤਰੇ ਦੀ ਗੱਲ ਹੈ? ਅਤੇ ਉਸੇ ਵੇਲੇ ਅਸਮਾਨ ਵਿੱਚ ਅਚਾਨਕ ਹਨੇਰਾ ਛਾ ਗਿਆ। ਬਦਲਾਂ ਨੇ ਇਕੱਠੇ ਨਾਲ ਆ ਕੇ ਸੂਰਜ ਦੀ ਰੌਸ਼ਨੀ ਨੂੰ ਰੋਕ ਦਿੱਤਾ। ਦੂਰ ਸਮੁੰਦਰ ਵਿੱਚ ਵੱਡੀਆਂ-ਵੱਡੀਆਂ ਲਹਿਰਾਂ ਵਿਖਣ ਲੱਗੀਆਂ। ਰਾਣੀ ਹੇਲਾ ਆਪਣੇ ਕ੍ਰਿਸਟਲ ਬਾਲ ਦੀ ਮਦਦ ਨਾਲ ਰਾਜਕੁਮਾਰ ਦੇ ਜਹਾਜ਼ ਦੇ ਚਾਰੋਂ ਪਾਸੇ ਬਦਲਾਂ ਤੇ ਹਵਾਵਾਂ ਨੂੰ ਕਾਬੂ ਕਰ ਰਹੀ ਸੀ ਤੇ ਸਮੁੰਦਰੀ ਚੁੜੈਲ ਵੇਗਾ ਉਸ ਦੇ ਕ੍ਰਿਸਟਲ ਮੋਤੀ ਦੇ ਜ਼ਰੀਏ ਵੱਡੀਆਂ-ਵੱਡੀਆਂ ਲਹਿਰਾਂ ਪੈਦਾ ਕਰ ਰਹੀ ਸੀ। ਉਸੇ ਵੇਲੇ ਇੱਕ ਬਹੁਤ ਵੱਡੀ ਲਹਿਰ ਐਡਵਰਡ ਦੇ ਵੱਲ ਆਈ ਅਤੇ ਉਸ ਨੂੰ ਬਹਾ ਕੇ ਲੈ ਗਈ ਉਸੇ ਪਾਣੀ ਵਿੱਚ ਸਮੁੰਦਰ ਦੇ ਤਲ ਤੱਕ। ਇੱਧਰ ਮਹਿਲ ਵਿੱਚ ਜਲਪਰੀ ਆਰਿਆ ਨੇ ਭਿਆਨਕ ਤੂਫਾਨ ਵੇਖਿਆ। ਉਹ ਪ੍ਰਿੰਸ ਐਡਵਰਡ ਨੂੰ ਲੱਭਣ ਦੇ ਲਈ ਡੌਕ ਦੇ ਵੱਲ ਭੱਜੀ ਗਈ। ਉਹ ਉਸ ਡੌਕ ਦੀ ਤਰਫ ਭੱਜੀ ਜਿੱਥੇ ਡੈਗੀ ਤੂਫਾਨ ਤੋਂ ਹੁਣੇ ਵਾਪਸ ਆਇਆ ਸੀ। ਸਾਡੇ ਕੋਲ ਜ਼ਿਆਦਾ ਸਮਾਂ ਨਹੀਂ ਹੈ ਡੈਗੀ। ਸੱਪ ਜੋ ਸਮੁੰਦਰ ਦੇ ਤਲ ਤੇ ਇੰਤਜ਼ਾਰ ਕਰ ਰਿਹਾ ਸੀ ਨੇ ਰਾਜਕੁਮਾਰ ਨੂੰ ਫੜ ਲਿਆ ਅਤੇ ਉਸ ਦੇ ਪੈਰ ਬੰਨ੍ਹ ਦਿੱਤੇ ਤੇ ਉਸ ਨੂੰ ਪਾਣੀ ਦੇ ਥੱਲੇ ਦੀ ਗੁਫਾ ਵਿੱਚ ਲੈ ਗਿਆ। ਜਲਪਰੀ ਆਰਿਆ ਨੇ ਆਪਣੀ ਸਾਰੀ ਹਿੰਮਤ ਜੁਟਾਈ ਤੇ ਸਮੁੰਦਰ ਵਿੱਚ ਘਾਟ ਤੋਂ ਡੁਬਕੀ ਮਾਰੀ, ਪਰ ਵੇਗਾ ਨੇ ਉਸ ਨੂੰ ਆਪਣੇ ਕ੍ਰਿਸਟਲ ਮੋਤੀ ਦੇ ਜ਼ਰੀਏ ਵੇਖ ਲਿਆ ਤੇ ਅਚਾਨਕ ਉੱਪਰ ਦੇ ਪਾਣੀ ਨੂੰ ਬਰਫ਼ ਵਿੱਚ ਬਦਲ ਦਿੱਤਾ। ਇਸ ਲਈ ਜਲਪਰੀ ਆਰਿਆ ਸਿੱਧੇ ਸਖਤ ਬਰਫ਼ ਤੇ ਗਿਰੀ ਤੇ ਉਸ ਨੂੰ ਚੋਟ ਲੱਗ ਗਈ। ਉਸਨੇ ਆਪਣੇ ਹੱਥਾਂ ਤੇ ਪੈਰਾਂ ਨਾਲ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ। ਓ ਨਹੀਂ, ਮੈਂ ਪਾਣੀ ਵਿੱਚ ਨਹੀਂ ਜਾ ਸਕਦੀ। ਇਹ ਜ਼ਰੂਰ ਵੇਗਾ ਹੀ ਹੋਣੀ ਜੋ ਮੈਨੂੰ ਐਡਵਰਡ ਨੂੰ ਬਚਾਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਹੈ। ਅਜਿਹੇ ਸਮੇਂ ਉਸ ਦੀ ਛੋਟੀ ਦੋਸਤ ਡਾਲਫਿਨ ਡਾਲਫੀ, ਜਿਸ ਨੇ ਮਹਿਸੂਸ ਕੀਤਾ ਕਿ ਆਰਿਆ ਸਮੁੰਦਰ ਵਿੱਚ ਗੋਤਾ ਨਹੀਂ ਲਾ ਸਕਦੀ, ਉਸ ਦੇ ਕੋਲ ਆਈ ਤੇ ਉਸਨੇ ਆਪਣੀ ਨੱਕ ਨਾਲ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਇਹ ਬਹੁਤ ਔਖਾ ਸੀ। ਤਦ ਸੀਗਲ ਰਿੰਗੋ ਮਦਦ ਕਰਨ ਦੇ ਲਈ ਆਇਆ। ਉਸਨੇ ਆਪਣੀ ਚੋਂਚ ਨਾਲ ਬਰਫ਼ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਉਹ ਵੀ ਨਾਕਾਮ ਰਿਹਾ।
ਸਮਾਂ ਬੀਤਦਾ ਜਾ ਰਿਹਾ ਸੀ। ਰਾਜਕੁਮਾਰ ਐਡਵਰਡ ਨੂੰ ਸਮੁੰਦਰੀ ਚੁੜੈਲ ਦੀ ਗੁਫਾ ਵਿੱਚ ਕੈਦ ਕੀਤਾ ਗਿਆ ਸੀ ਤੇ ਉਹ ਆਪਣਾ ਸਾਹ ਜ਼ਿਆਦਾ ਦੇਰ ਤੱਕ ਨਹੀਂ ਰੋਕ ਸਕਦਾ ਸੀ। ਵੇਗਾ ਸਮੁੰਦਰੀ ਚੁੜੈਲ ਕਾਲੇ ਸ਼ੀਸ਼ੇ ਦੇ ਸਾਹਮਣੇ ਖੜੀ ਸੀ। ਸਮੁੰਦਰ ਦੇ ਕਾਲੇ ਸ਼ੀਸ਼ੇ, ਆ ਉਸ ਸੈਂਡਵਿਚ ਰਾਣੀ ਹੇਲਾ ਨੂੰ ਮੈਨੂੰ ਵਿਖਾ। ਮੈਂ ਉਹੀ ਕੀਤਾ ਜੋ ਤੂੰ ਚਾਹੁੰਦੀ ਸੀ, ਲੰਮੇ ਪੈਰਾਂ ਵਾਲੀਏ। ਹੁਣ ਤੂੰ ਬਦਲੇ ਵਿੱਚ ਮੈਨੂੰ ਜਾਦੂਈ ਮੰਤਰਾਂ ਵਾਲੀ ਕਿਤਾਬ ਦੇਵੇਂਗੀ। ਸਮੁੰਦਰੀ ਚੁੜੈਲ ਨੇ ਜੜੀ ਬੂਟੀਆਂ ਵਾਲੀ ਅਲਮਾਰੀ ਚੋਂ ਜਾਦੂਈ ਮੰਤਰਾਂ ਦੀ ਕਿਤਾਬ ਕੱਢੀ ਤੇ ਇਸ ਨੂੰ ਸ਼ੀਸ਼ੇ ਦੇ ਅੰਦਰ ਦੇ ਭੰਵਰ ਦੇ ਜ਼ਰੀਏ ਤੋਂ ਸ਼ੀਸ਼ੇ ਵਿੱਚ ਸੁੱਟ ਦਿੱਤਾ। ਪਰ ਕਿਤਾਬ ਦੇ ਨਿੱਕੇ ਆਕਟੋਪਸ ਹਥਿਆਰ ਵੇਗਾ ਦੀ ਬਾਂਹ ਨਾਲ ਚਿਪਕ ਗਏ ਸੀ ਅਤੇ ਉਹ ਉਹਨਾਂ ਨੂੰ ਜਾਣ ਨਹੀਂ ਦੇ ਸਕਦੀ ਸੀ ਤੇ ਇਸੇ ਲਈ ਜਾਦੂਈ ਸ਼ੀਸ਼ੇ ਨੇ ਉਸ ਨੂੰ ਉਸ ਧਰਤੀ ਤੇ ਪਹੁੰਚਾ ਦਿੱਤਾ ਜਿੱਥੇ ਰਾਣੀ ਹੇਲਾ ਰਹਿੰਦੀ ਸੀ। ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਮੈਂ ਇੱਥੇ ਕਿਵੇਂ ਆਈ? ਮੈਂ ਆਪਣੀ ਗੁਫਾ ਵਿੱਚ ਵਾਪਸ ਜਾਣਾ ਹੈ। ਜਦੋਂ ਸਮੁੰਦਰੀ ਚੁੜੈਲ ਜ਼ਮੀਨ ਤੇ ਇੱਧਰ-ਉੱਧਰ ਡਿੱਗੀ ਤਾਂ ਨਿੱਕੀ ਡਾਲਫਿਨ ਡਾਲਫੀ ਮਦਦ ਦੇ ਲਈ ਗਈ ਸੀ। ਉਸਨੇ ਬਰਫ਼ ਨੂੰ ਤੋੜਨ ਵਿੱਚ ਮਦਦ ਦੇ ਲਈ ਗਹਿਰੇ ਸਮੁੰਦਰੀ ਰਾਜ ਵਿੱਚ ਰਹਿਣ ਵਾਲੀ ਵੱਡੀ ਵੇਲ ਵਿਲੀ ਤੋਂ ਪੁੱਛਿਆ। ਵਿਸ਼ਾਲ ਵੇਲ ਵਿਲੀ ਤੇ ਨਿੱਕੀ ਡਾਲਫਿਨ ਡਾਲਫੀ ਪਾਣੀ ਦੀ ਸਤ੍ਹਾ ਦੇ ਵੱਲ ਤੈਰਨ ਲੱਗੇ। ਆਰੀਆ, ਜਿਸਨੇ ਮਹਿਸੂਸ ਕੀਤਾ ਕਿ ਵਿਲੀ ਕੀ ਕਰ ਰਹੀ ਸੀ, ਇਹ ਵੇਖ ਕੇ ਬਹੁਤ ਖੁਸ਼ ਸੀ। ਵੱਡੀ ਵੇਲ ਉੱਪਰ ਵੱਲ ਤੈਰਨ ਲੱਗੀ ਤੇ ਆਪਣੀ ਮਜ਼ਬੂਤ ਨੱਕ ਦੇ ਨਾਲ ਸਤ੍ਹਾ ਤੇ ਬਰਫ਼ ਤੋੜਨ ਵਿੱਚ ਕਾਮਯਾਬ ਰਹੀ। ਜਲਪਰੀ ਆਰੀਆ ਤੁਰੰਤ ਪਾਣੀ ਵਿੱਚ ਕੁੱਦ ਗਈ ਤੇ ਦੁਸ਼ਟ ਵੇਗਾ ਦੀ ਪਾਣੀ ਦੇ ਥੱਲੇ ਦੀ ਗੁਫਾ ਦੇ ਵੱਲ ਤੈਰਨ ਲੱਗੀ। ਜਿਵੇਂ ਹੀ ਆਰੀਆ ਪਾਣੀ ਵਿੱਚ ਦਾਖਲ ਹੋਈ, ਉਸ ਦੇ ਪੈਰ ਇੱਕ ਜਲਪਰੀ ਦੀ ਪੂੰਛ ਵਿੱਚ ਬਦਲ ਗਏ। ਉਸ ਦੀ ਸਹੇਲੀਆਂ ਡਾਲਫੀ ਅਤੇ ਵਿਲੀ ਵੀ ਉਸ ਦੇ ਨਾਲ ਤੈਰੀਆਂ ਤੇ ਸਮੁੰਦਰੀ ਚੁੜੈਲ ਵੇਗਾ ਦੀ ਗੁਫਾ ਵਿੱਚ ਪਹੁੰਚ ਗਈਆਂ। ਗੁਫਾ ਦੇ ਪ੍ਰਵੇਸ਼ ਦੁਆਰ ਤੇ ਦੋ ਮੂੰਹਾਂ ਪੈਰੀ ਸੱਪ ਖੜਾ ਸੀ। ਜਿਵੇਂ ਹੀ ਉਸਨੇ ਕਿਸੇ ਨੂੰ ਆਂਦਿਆਂ ਵੇਖਿਆ, ਉਸਨੇ ਸਮੁੰਦਰੀ ਚੁੜੈਲ ਨੂੰ ਬਾਹਰ ਬੁਲਾਇਆ, ਜੋ ਉਸਨੇ ਸੋਚਿਆ ਕਿ ਹਾਲੇ ਵੀ ਗੁਫਾ ਵਿੱਚ ਹੈ। ਮੇਰੇ ਆਕਾਸ਼, ਉਹ ਆ ਗਏ ਹਨ, ਉਹ ਆ ਗਏ ਹਨ। ਤੁਸੀਂ ਕਿੱਥੇ ਹੋ? ਕੁਝ ਤਾਂ ਕਰੋ। ਵੱਡੀ ਵੇਲ ਵਿਲੀ ਦਾ ਸੱਪਾਂ ਨਾਲ ਕਾਫੀ ਵਾਸਤਾ ਪਿਆ ਸੀ, ਇਸ ਲਈ ਉਸਨੇ ਉਸਨੂੰ ਆਪਣੇ ਵੱਡੇ ਮੂੰਹ ਵਿੱਚ ਫਸਾ ਲਿਆ। ਨੋ ਨੋ, ਮੈਨੂੰ ਵੇਲ ਦੇ ਸਾਹ ਤੋਂ ਨਫ਼ਰਤ ਹੈ ਤੇ ਇੱਥੇ ਹਨੇਰਾ ਹੈ। ਮੈਨੂੰ ਬਚਾਓ। ਛੇਤੀ ਕਰ ਡਾਲਫੀ, ਸਾਰੇ ਕਮਰਿਆਂ ਵਿੱਚ ਲੱਭ। ਮੈਂ ਪ੍ਰਿੰਸ ਐਡਵਰਡ ਨੂੰ ਲੱਭਣ ਦੇ ਲਈ ਬੌਂਡ ਡੰਜਨ ਜਾ ਰਹੀ ਹਾਂ। ਜਦੋਂ ਜਲਪਰੀ ਆਰੀਆ ਬੌਂਡ ਡੰਜਨ ਵਿੱਚ ਪਹੁੰਚੀ ਤਾਂ ਉਸਨੇ ਰਾਜਕੁਮਾਰ ਨੂੰ ਫਰਸ਼ ਤੇ ਬੇਹੋਸ਼ ਵੇਖਿਆ। ਆਰੀਆ ਨੇ ਬੌਂਡ ਕੇਜ ਦੀ ਦਰਾਰਾਂ ਵਿੱਚੋਂ ਝਾਂਕਿਆ ਤੇ ਫਿਰ ਪਾਣੀ ਦੇ ਥੱਲੇ ਸਾਹ ਲੈਣ ਵਿੱਚ ਮਦਦ ਕਰਨ ਦੇ ਲਈ ਰਾਜਕੁਮਾਰ ਦੇ ਮੂੰਹ ਵਿੱਚ ਜਾਦੂ ਦੀ ਸਮੁੰਦਰੀ ਰੇਤ ਪਾਈ। ਅਚਾਨਕ ਇੱਕ ਜਾਦੂ ਦੀ ਰੌਸ਼ਨੀ ਨੇ ਰਾਜਕੁਮਾਰ ਨੂੰ ਘੇਰ ਲਿਆ। ਉਸਦੇ ਪੈਰ ਹੌਲੀ-ਹੌਲੀ ਗਾਇਬ ਹੋ ਗਏ ਅਤੇ ਉਹਨਾਂ ਦੀ ਜਗ੍ਹਾ ਤੇ ਲਾਲ ਮੱਛੀ ਦੀ ਪੁੱਛ ਆ ਗਈ ਤੇ ਪ੍ਰਿੰਸ ਐਡਵਰਡ ਜਾਗ ਗਿਆ ਤੇ ਪਾਣੀ ਦੇ ਥੱਲੇ ਸਾਹ ਲੈਣ ਲੱਗਾ। ਤੁਸੀਂ ਜ਼ਿੰਦਾ ਹੋ। ਆਰੀਆ, ਮੈਂ ਪਾਣੀ ਦੇ ਅੰਦਰ ਵੀ ਸਾਹ ਲੈ ਸਕਦਾ ਹਾਂ। ਇਹ ਬਹੁਤ ਸੁੱਖ ਵਾਲਾ ਅਹਿਸਾਸ ਹੈ। ਧੰਨਵਾਦ, ਤੁਸੀਂ ਮੇਰੀ ਜਾਨ ਬਚਾਈ। ਆਓ ਅਸੀਂ ਇੱਥੋਂ ਨਿਕਲ ਚੱਲੀਏ ਮੇਰੇ ਰਾਜਕੁਮਾਰ। ਮਰਮੇਡ ਆਰੀਆ ਅਤੇ ਪ੍ਰਿੰਸ ਐਡਵਰਡ ਯਾਨੀ ਹੁਣ ਇੱਕ ਸਮੁੰਦਰੀ ਮਾਨਵ ਹੱਥ ਫੜ ਕੇ ਪਾਣੀ ਦੀ ਸਤ੍ਹਾ ਤੇ ਤੈਰਨ ਲੱਗੇ। ਉਹਨਾਂ ਦੇ ਜੀਵਨ ਖੁਸ਼ੀਆਂ ਨਾਲ ਭਰ ਗਏ ਅਤੇ ਇਹ ਖੁਸ਼ੀਆਂ ਜਾਰੀ ਰਹੀਆਂ ਧਰਤੀ ਤੇ ਸਮੁੰਦਰ ਹੇ ਪੰਛੀਓ, ਦੋਵੇਂ ਥਾਵਾਂ ਤੇ। ਕੀ ਸਾਨੂੰ ਵੀ ਕਦੇ ਪੰਖ ਮਿਲ ਸਕਦੇ ਨੇ? ਉਹ ਕਿੰਨਾ ਕਮਾਲ ਦਾ ਹੋਵੇਗਾ। ਗੰਦਗੀ ਦੇ ਵਿੱਚ ਵਹਿਣ ਦੇ ਬਾਅਦ ਸਮੁੰਦਰੀ ਚੁੜੈਲ ਅੰਤ ਵਿੱਚ ਸਮੁੰਦਰ ਵਿੱਚ ਪਹੁੰਚ ਗਈ ਅਤੇ ਆਪਣੀ ਗੁਫਾ ਵਿੱਚ ਵਾਪਸ ਆਈ। ਅਤੇ ਜਦੋਂ ਉਸਨੇ ਵੇਖਿਆ ਕਿ ਰਾਜਕੁਮਾਰ ਬਚ ਗਿਆ, ਇੱਕ ਤਰੀਕੇ ਨਹੀਂ ਤਾਂ ਦੂਜੇ, ਮੈਂ ਉਸ ਗਹਿਰੇ ਸਮੁੰਦਰੀ ਰਾਜ ਨੂੰ ਖੋ ਕੇ ਰਹਾਂਗੀ।
ਜਲ ਪਰੀ ਰਾਜਾ ਨੂੰ ਬਚਾਉਣ ਦੇ ਲਈ। ਇੱਕ ਵਾਰ ਪ੍ਰਿੰਸ ਐਡਵਰਡ ਅਤੇ ਜਲ ਪਰੀ ਰਾਜਕੁਮਾਰੀ ਆਰੀਆ ਇਕੱਠੇ ਇੱਕ ਜਹਾਜ਼ ਤੇ ਹਵਾ ਜਿੰਨੀ ਤੇਜ਼ ਅਤੇ ਲਹਿਰਾਂ ਤੋਂ ਵੀ ਉੱਚੀ ਕਿਸ਼ਤੀ ਚਲਾ ਰਹੇ ਸੀ। ਵੇਖੋ ਪਾਣੀ ਦਾ ਬਹਾ, ਕਿਸ਼ਤੀ ਚਲਾਣਾ ਮੇਰੀ ਪਸੰਦੀਦਾ ਚੀਜ਼ ਹੈ। ਐਡਵਰਡ ਅਤੇ ਆਰੀਆ ਬਹੁਤ ਵਾਰ ਨਵੀਆਂ ਥਾਵਾਂ ਦਾ ਪਤਾ ਲਾਉਣ ਦੇ ਲਈ ਇਕੱਠੇ ਸਫ਼ਰ ਕਰਿਆ ਕਰਦੇ ਸੀ ਜੋ ਪਹਿਲਾਂ ਕਿਸੇ ਨੇ ਨਹੀਂ ਵੇਖੀਆਂ ਸੀ। ਡੂੰਘੇ ਪਾਣੀ ਦੇ ਥੱਲੇ ਸਮੁੰਦਰੀ ਚੁੜੈਲ ਵੇਗਾ ਇੱਕ ਵਾਰ ਫਿਰ ਆਪਣੇ ਭਰਾ ਰਾਜਾ ਪੋਸਾਈਡਨ ਤੋਂ ਸਮੁੰਦਰੀ ਰਾਜ ਖੋਣ ਦੀ ਸੋਚ ਰਹੀ ਸੀ। ਉਸ ਦਾ ਸਹਾਇਕ ਸੱਪ ਗੁਫਾ ਵਿੱਚ ਕ੍ਰਿਸਟਲ ਮੋਤੀ ਦੇ ਕੋਲ ਆਇਆ ਅਤੇ ਹੌਲੇ ਜਿਹੇ ਉਸਨੇ ਉਸ ਨੂੰ ਆਪਣੇ ਸਿਰ ਨਾਲ ਛੋ ਲਿਆ ਅਤੇ ਫਿਰ ਮੋਤੀ ਨੇ ਜਾਦੂਗਿਰੀ ਨਾਲ ਉਸ ਨੂੰ ਉਹ ਸਭ ਵਿਖਾਇਆ ਜੋ ਸਮੁੰਦਰ ਵਿੱਚ ਹੋ ਰਿਹਾ ਸੀ। मेरे आका इज आर्या ते एडवर्ड इज ਉਹ ਇੱਕ ਸਫ਼ਰ ਤੇ ਗਏ ਨੇ ਇਸ ਵੇਗਾ ਇਹ ਸੁਣਦੇ ਹੀ ਉੱਥੇ ਆਈ। ਸੱਪ, ਮੈਂ ਤੈਨੂੰ ਕਿੰਨੀ ਵਾਰ ਕਿਹਾ ਹੈ, ਮੇਰੇ ਜਾਦੂ ਦੇ ਕ੍ਰਿਸਟਲ ਮੋਤੀ ਨੂੰ ਹੱਥ ਨਹੀਂ ਲਾਣਾ। ਜਦੋਂ ਤੱਕ ਉਹ ਸਮੁੰਦਰ 'ਚ ਹਨ, ਮੈਂ ਉਹਨਾਂ ਦੇ ਨਾਲ ਹਰ ਤਰ੍ਹਾਂ ਤੋਂ ਬੁਰਾ ਕਰ ਸਕਦੀ ਹਾਂ। ਮੇਰੇ ਆਕਾ ਕੀ ਹੋਵੇਗਾ ਜੇ ਤੁਸੀਂ ਧਰਤੀ ਨੂੰ ਖਤਮ ਕਰ ਦਿਓ ਇਸ ਸਮੁੰਦਰੀ ਚੁੜੈਲ ਵੇਗਾ ਨੇ ਸੱਪ ਨੇ ਜੋ ਕਿਹਾ ਉਸ ਦੇ ਬਾਰੇ 'ਚ ਸੋਚਿਆ ਅਤੇ ਮੈਂ ਸਮਝ ਗਈ, ਜੇ ਮੈਂ ਦੁਨੀਆ ਦੀ ਸਾਰੀ ਧਰਤੀ ਨੂੰ ਖਤਮ ਕਰ ਦਿਆਂ ਤਾਂ ਮੈਂ ਹਰ ਵੇਲੇ ਆਰੀਆ ਨੂੰ ਦੁੱਖ ਦੇ ਸਕਦੀ ਹਾਂ। ਵੇਖਦੀ ਹਾਂ ਫਿਰ ਰਾਜਕੁਮਾਰ ਅਤੇ ਬਾਕੀ ਇਨਸਾਨ ਕਦੋਂ ਤੱਕ ਪਾਣੀ ਦੇ ਅੰਦਰ ਰਹਿ ਸਕਦੇ ਨੇ। ਵੇਗਾ ਨੇ ਫੈਸਲਾ ਕੀਤਾ ਕਿ ਇਹ ਉਸ ਦੇ ਲਈ ਸਮੁੰਦਰ ਦੀ ਰਾਣੀ ਬਣਨ ਅਤੇ ਆਪਣੇ ਭਰਾ ਚੰਗੇ ਰਾਜਾ ਤੋਂ ਸਮੁੰਦਰੀ ਰਾਜ ਖੋਣ ਦਾ ਸਭ ਤੋਂ ਚੰਗਾ ਤਰੀਕਾ ਹੈ। ਵਕਤ ਨੂੰ ਬਿਨਾਂ ਬਰਬਾਦ ਕੀਤੇ ਉਸਨੇ ਸ਼ੈਵਾਲ ਪੇਪਰ ਤੇ ਆਪਣੀ ਵਿਸ਼ਵਾਸਘਾਤੀ ਯੋਜਨਾ ਦੇ ਲਈ ਜ਼ਰੂਰੀ ਸਮਾਨ ਨੂੰ ਲਿਖਿਆ। Dear Miss Little Mermaid, you don't know me yet. This is Vega. You all should be afraid. I'll follow you till the end. Snake, always stay awake. Watch Aria and Poseidon. Hope you won't make mistakes. I'm writing down my plans to destroy all the bands. One day I will have my freedom. Live in deep blue sea kingdom. Snake, be by my side. I will show you in detail how we go inside. ਇੱਧਰ ਜਹਾਜ਼ ਤੇ ਆਰੀਆ ਆਪਣੀ ਕੈਬਿਨ ਵਿੱਚ ਬੈਠੀ ਇੱਕ ਡਾਇਰੀ ਲਿਖ ਰਹੀ ਸੀ। ਪਿਆਰੀ ਡਾਇਰੀ, ਜਦੋਂ ਮੈਂ ਸਾਗਰ ਵਿੱਚ ਰਹਿ ਰਹੀ ਸੀ, ਮੈਂ ਘੁੰਮਿਆ ਕਰਦੀ ਸੀ ਰੰਗੀਨ ਸਿੱਪੀਆਂ ਦੇ ਵਿੱਚ, ਸਮੁੰਦਰੀ ਘੋੜਿਆਂ ਦੇ ਪਿੱਛੇ, ਸੀਪ ਨਾਲ ਗੁਨਗੁਨਾਉਂਦੇ ਹੋਏ, ਕੁਦਰਤੀ ਨਜ਼ਾਰਿਆਂ ਨੂੰ ਤਸਵੀਰਾਂ ਤੇ ਉਤਾਰਦੇ ਹੋਏ। ਮੈਨੂੰ ਉਹ ਸਭ ਯਾਦ ਆਉਂਦੇ ਹਨ। ਜਦੋਂ ਜਲ ਪਰੀ ਆਰੀਆ ਲਿਖ ਰਹੀ ਸੀ, ਉਸਨੇ ਡੈਕ ਤੇ ਚਾਲਕ ਦਲ ਦੀਆਂ ਆਵਾਜ਼ਾਂ ਸੁਣੀਆਂ। ਇਹ ਖਤਮ ਹੋ ਗਿਆ, ਦੂਰ ਇੱਕ ਨਵੀਂ ਧਰਤੀ ਨਜ਼ਰ ਆਈ ਹੈ। ਆਰੀਆ ਇਹ ਖੁਸ਼ਖਬਰੀ ਸੁਣ ਕੇ ਬਹੁਤ ਖੁਸ਼ ਹੋਈ। ਉਹ ਪ੍ਰਿੰਸ ਐਡਵਰਡ ਨੂੰ ਲੱਭਣ ਦੇ ਲਈ ਜਾਣ ਵਾਲੀ ਸੀ, ਪਰ ਉਸ ਦਾ ਦੋਸਤ ਸੀਗਲ ਰਿੰਗੋ ਜਹਾਜ਼ ਦੀ ਬਾਰੀ ਦੇ ਠੀਕ ਸਾਹਮਣੇ ਆ ਗਿਆ। ਰਿੰਗੋ ਇੰਨੀ ਹੜਬੜੀ ਵਿੱਚ ਸੀ ਕਿ ਉਸਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਸਾਫ਼ ਕੱਚ ਦੀ ਬਾਰੀ ਵਿੱਚ ਟੱਕਰ ਮਾਰ ਰਿਹਾ ਹੈ। ਉਸਨੇ ਕਈ ਵਾਰ ਅੰਦਰ ਆਉਣ ਦੀ ਕੋਸ਼ਿਸ਼ ਕੀਤੀ ਜਦ ਤੱਕ ਕਿ ਆਰੀਆ ਨੂੰ ਅਹਿਸਾਸ ਹੁੰਦਾ ਕਿ ਉਸਨੂੰ ਮਦਦ ਦੀ ਲੋੜ ਹੈ। ਰਿੰਗੋ ਆ ਜਾ, ਤੂੰ ਇੰਨਾ ਪਰੇਸ਼ਾਨ ਨਜ਼ਰ ਆ ਰਿਹਾ ਹੈ, ਕੁਝ ਗੜਬੜ ਹੈ? ਮੇਰੀ ਰਾਜਕੁਮਾਰੀ ਪਿਆਰੀ ਆਰੀਆ, ਤੁਹਾਡੇ ਪਿਤਾ ਧਰਤੀ, ਇਹ ਸਭ ਛੇਤੀ ਹੀ ਖਤਮ ਹੋ ਜਾਣਗੇ। ਇਸ ਗੱਲ ਦਾ ਕੀ ਮਤਲਬ ਹੈ ਰਿੰਗੋ? ਧਰਤੀ ਕਿਵੇਂ ਖਤਮ ਹੋ ਸਕਦੀ ਹੈ? ਰਿੰਗੋ ਅਤੇ ਜਲਪਰੀ ਆਰੀਆ ਤੇਜ਼ੀ ਨਾਲ ਜਹਾਜ਼ ਦੇ ਡੈਕ ਤੱਕ ਗਏ। ਰਿੰਗੋ ਦਿਸ਼ਾ ਦੱਸਣ ਦੇ ਲਈ ਕਾਂ ਦੇ ਘੋਂਸਲੇ ਤੱਕ ਗਿਆ ਅਤੇ ਫਿਰ ਆਰੀਆ ਨੂੰ ਦੱਸਿਆ ਕਿ ਉਸ ਦੇ ਪਿਤਾ ਰਾਜਾ ਪੋਸਾਈਡਨ ਨੂੰ ਕੈਦੀ ਬਣਾ ਲਿਆ ਗਿਆ ਸੀ।
ਅਤੇ ਇਹ ਕਿ ਧਰਤੀ ਤੇ ਸਾਰੀ ਥਾਂ ਇੱਕੋ ਸਮੇਂ ਵਿੱਚ ਇੱਕ ਜਗ੍ਹਾ ਗਾਇਬ ਹੋਣ ਲੱਗੀ ਹੈ। ਜੇ ਤੁਸੀਂ ਕੁਝ ਨਾ ਕੀਤਾ ਆਰਿਆ ਤਾਂ ਇਹ ਜਹਾਜ਼ ਵੀ ਛੇਤੀ ਗਾਇਬ ਹੋ ਜਾਵੇਗਾ। ਉਹ ਸਾਰੇ ਲੋਕ ਜੋ ਪਾਣੀ ਦੇ ਥੱਲੇ ਨਹੀਂ ਰਹਿ ਸਕਦੇ ਗਾਇਬ ਹੋ ਜਾਣਗੇ। ਨਹੀਂ, ਇਹ ਬਹੁਤ ਦਰਦ ਭਰੀ ਭਿਆਨਕ ਗੱਲ ਹੋਵੇਗੀ। ਉਸੇ ਵੇਲੇ ਆਰਿਆ ਨੇ ਵੇਖਿਆ ਕਿ ਵੇਗਾ ਦਾ ਸੱਪ ਪਾਣੀ ਵਿੱਚ ਸੀ, ਜੋ ਚੁਪਕੇ ਨਾਲ ਜਹਾਜ਼ ਨੂੰ ਵੇਖ ਰਿਹਾ ਸੀ। ਇਹ ਸਭ ਸਮੁੰਦਰੀ ਚੁੜੈਲ ਵੇਗਾ ਦੇ ਕਰਕੇ ਹੀ ਹੋ ਰਿਹਾ ਹੋਣਾ। ਮੈਂ ਜਾਣਦੀ ਹਾਂ ਕਿ ਇਹ ਉਹੀ ਹੈ। ਮੈਨੂੰ ਉਸ ਨੂੰ ਰੋਕਣ ਦੇ ਲਈ ਸਮੁੰਦਰ ਵਿੱਚ ਵਾਪਸ ਜਾਣਾ ਚਾਹੀਦਾ ਹੈ, ਮੇਰੇ ਰਾਜਕੁਮਾਰ। ਪ੍ਰਿੰਸ ਐਡਵਰਡ ਨੇ ਵੇਖਿਆ ਕਿ ਨੇੜੇ ਦੀ ਜ਼ਮੀਨ ਹੌਲੀ-ਹੌਲੀ ਗਾਇਬ ਹੋ ਰਹੀ ਸੀ। ਉਹ ਨਹੀਂ ਚਾਹੁੰਦਾ ਸੀ ਕਿ ਆਰਿਆ ਜਾਵੇ, ਪਰ ਉਸ ਦਾ ਆਪਣੇ ਚਾਲਕ ਦਲ ਦੇ ਨਾਲ ਰਹਿਣਾ ਬਹੁਤ ਜ਼ਰੂਰੀ ਸੀ, ਸੋ ਉਸਨੇ ਉਸ ਨੂੰ ਆਪਣੇ ਬਗੈਰ ਜਾਣ ਦਿੱਤਾ। ਮੈਂ ਤੈਨੂੰ ਇਕੱਲੇ ਨਹੀਂ ਜਾਣ ਦੇਣਾ ਚਾਹੁੰਦਾ ਆਰਿਆ, ਪਰ ਤੈਨੂੰ ਜਾਣਾ ਹੋਵੇਗਾ ਸਾਨੂੰ ਸਭ ਨੂੰ ਬਚਾਉਣ ਦੇ ਲਈ। ਜਲ ਪਰੀ ਆਰਿਆ ਡੈਕ ਵੱਲ ਤੁਰ ਪਈ ਅਤੇ ਉਸਨੇ ਆਪਣੇ ਸਮੁੰਦਰੀ ਦੋਸਤਾਂ ਦੇ ਲਈ ਸੀਟੀ ਵਜਾਈ। ਉਸ ਦੀ ਨਿੱਕੀ ਡਾਲਫਿਨ ਦੋਸਤ ਨੇ ਸਮੁੰਦਰ ਦੀ ਗਹਿਰਾਈ ਵਿੱਚ ਸੀਟੀ ਸੁਣੀ ਅਤੇ ਉਸ ਨੂੰ ਲੱਭਣ ਲਈ ਤੱਲੇ ਤੱਕ ਤੈਰ ਗਈ। ਜਿਵੇਂ ਹੀ ਆਰਿਆ ਨੇ ਡਾਲਫਿਨ ਨੂੰ ਆਂਦਿਆਂ ਵੇਖਿਆ, ਉਸਨੇ ਪਾਣੀ ਵਿੱਚ ਡੁਬਕੀ ਲਗਾਈ। ਜਿਵੇਂ-ਜਿਵੇਂ ਉਹ ਡੂੰਗੀ ਤੈਰਨ ਲੱਗੀ, ਉਸ ਦੇ ਪੈਰ ਕਰਾਮਾਤੀ ਤਰੀਕੇ ਨਾਲ ਫਿਰ ਤੋਂ ਜਲ ਪਰੀ ਦੀ ਪੂੰਛ ਵਿੱਚ ਬਦਲ ਗਏ। ਡਾਲਫੀ, ਅਸੀਂ ਵੇਗਾ ਦੀ ਗੁਫਾ ਵਿੱਚ ਜਾ ਰਹੇ ਹਾਂ। ਆਰਿਆ ਅਤੇ ਡਾਲਫੀ ਤੈਰਨ ਲੱਗੀਆਂ। ਦੁਸ਼ਟ ਚੁੜੈਲ ਪਹਿਲਾਂ ਤੋਂ ਹੀ ਆਪਣੀ ਗੁਫਾ ਵਿੱਚ ਸੀ, ਜਿੱਥੇ ਉਸਨੇ ਆਪਣੇ ਦਇਆਲੂ ਭਰਾ ਨੂੰ ਕੈਦ ਕਰ ਰੱਖਿਆ ਸੀ ਅਤੇ ਆਪਣੀ ਬੁਰਾਈ ਦੀ ਯੋਜਨਾ ਦੇ ਬਾਰੇ ਵਿੱਚ ਫੜੀਆਂ ਮਾਰ ਰਹੀ ਸੀ। ਜੇ ਤੂੰ ਮੈਨੂੰ ਸਮੁੰਦਰੀ ਰਾਜ ਨਹੀਂ ਦੇਵੇਂਗਾ ਤਾਂ ਤੇਰੀ ਲਾਡਲੀ ਧੀ ਆਰਿਆ ਅਤੇ ਉਸਦੇ ਸਾਰੇ ਮਨੁੱਖੀ ਦੋਸਤ ਮਹਾਸਾਗਰ ਵਿੱਚ ਨਸ਼ਟ ਹੋ ਜਾਣਗੇ। ਪਰ ਐਨ ਵਕਤ ਤੇ ਆਰਿਆ ਅਤੇ ਡਾਲਫੀ ਵੇਗਾ ਦੀ ਗੁਫਾ ਵਿੱਚ ਪਹੁੰਚ ਗਏ। ਡਾਲਫੀ ਘਬਰਾ ਗਈ, ਪਰ ਉਸਨੇ ਸੱਪ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ, ਜੋ ਸਾਹਮਣੇ ਦੇ ਦਰਵਾਜ਼ੇ ਦਾ ਪਹਿਰੇਦਾਰ ਸੀ। ਹਾਈ, ਮਾਫ ਕਰਨਾ, ਮੈਂ ਆਪਣਾ ਰਸਤਾ ਭਟਕ ਗਈ ਹਾਂ। ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਇੱਥੋਂ ਤੋਂ ਮਹਾਸਾਗਰ ਮਨੋਰੰਜਨ ਪਾਰਕ ਤੱਕ ਕਿਵੇਂ ਜਾਵਾਂ। ਮਨੋਰੰਜਨ ਪਾਰਕ ਇਸ ਕੀ ਇੱਥੇ ਕੋਈ ਮਨੋਰੰਜਨ ਪਾਰਕ ਹੈ? ਇੱਥੇ ਕਿੱਥੇ ਇਸ? ਕਿਉਂਕਿ ਅਸੀਂ ਜਾਣਾ ਚਾਹੁੰਦੇ ਹਾਂ ਇਸ। ਓ ਹਾਂ, ਬੇਸ਼ੱਕ ਤੇ ਹੈ, ਬੜੀ ਮਜ਼ੇਦਾਰ ਜਗ੍ਹਾ ਹੈ। ਜਿਵੇਂ ਹੀ ਡਾਲਫੀ ਨੇ ਸੱਪ ਦਾ ਧਿਆਨ ਭਟਕਾਇਆ, ਆਰਿਆ ਚੁਪਕੇ ਨਾਲ ਦਾਖਲ ਹੋ ਗਈ। ਉਸਨੇ ਆਪਣੇ ਪਿਤਾ ਨੂੰ ਬੰਨੇ ਹੋਏ ਵੇਖਿਆ। ਫਿਰ ਉਸਨੇ ਆਪਣੇ ਪਿਤਾ ਦਾ ਜਾਦੂ ਦਾ ਤਿਰਸ਼ੂਲ ਅਤੇ ਚੁੜੈਲ ਦਾ ਵੱਡਾ ਜੜੀ ਬੂਟੀਆਂ ਵਾਲਾ ਕੈਬਨਿਟ ਵੇਖਿਆ। ਆਰਿਆ ਆਪਣੇ ਪਿਤਾ ਦੀ ਮਦਦ ਕਰਨ ਦੇ ਲਈ ਅੱਗੇ ਵਧੀ। ਚੱਲ ਹੁਣ ਭਰਾ, ਆਪਣਾ ਮੁਕਟ ਮੈਨੂੰ ਦੇ ਦੇ ਤੇ ਮੈਨੂੰ ਸਮੁੰਦਰੀ ਰਾਜ ਦੀ ਸ਼ਾਸਕ ਬਣਾ ਦੇ। ਆਰਿਆ ਨੇ ਆਪਣੇ ਪਿਤਾ ਦੀ ਛੜੀ ਫੜ ਲਈ ਤੇ ਵੇਗਾ ਦੇ ਪਿੱਛੇ ਚਲੀ ਗਈ। ਹਿੱਲਣਾ ਨਹੀਂ ਵੇਗਾ, ਤੂੰ ਇੱਥੇ ਕਿਵੇਂ ਆ ਗਈ? ਜਦੋਂ ਆਰਿਆ ਨੇ ਚੁੜੈਲ ਤੇ ਛੜੀ ਲਹਿਰਾਈ ਤਾਂ ਛੜੀ ਵਿੱਚੋਂ ਬਿਜਲੀ ਨਿਕਲੀ ਤੇ ਵੇਗਾ ਨੂੰ ਫੜ ਲਿਆ। ਸੱਪ! ਉਸ ਵੇਲੇ ਸੱਪ ਪਹਿਲਾਂ ਹੀ ਆਪਣੀ ਗਾਰਡ ਡਿਊਟੀ ਤੋਂ ਜਾ ਚੁੱਕਿਆ ਸੀ ਅਤੇ ਉਹ ਮਨੋਰੰਜਨ ਪਾਰਕ ਵਿੱਚ ਡਾਲਫੀ ਦੇ ਨਾਲ ਮਸਤੀ ਕਰ ਰਿਹਾ ਸੀ। ਉਸ ਨੂੰ ਵੇਗਾ ਦੀ ਮਦਦ ਲਈ ਚੀਖ ਵੀ ਨਹੀਂ ਸੁਣ ਰਹੀ ਸੀ। ਆਰਿਆ ਨੇ ਆਪਣੇ ਪਿਤਾ ਨੂੰ ਬਚਾਇਆ ਤੇ ਉਹਨਾਂ ਨੂੰ ਉਹਨਾਂ ਦਾ ਤਿਰਸ਼ੂਲ ਵਾਪਸ ਕੀਤਾ। ਆਰਿਆ ਅਤੇ ਰਾਜਾ ਪੋਸਾਈਡਨ ਗੁਫਾ ਤੋਂ ਤੁਰੰਤ ਨਿਕਲ ਗਏ। ਰਾਜਾ ਪੋਸਾਈਡਨ ਆਪਣੀ ਛੜੀ ਨਾਲ ਗੁਫਾ ਦਾ ਦਰਵਾਜ਼ਾ ਬੰਦ ਕਰਨ ਹੀ ਵਾਲੇ ਸੀ। ਪਿਤਾ ਜੀ ਰੁਕੋ, ਅਸੀਂ ਜਾਦੂ ਨੂੰ ਤੋੜੇ ਬਗੈਰ ਇੱਥੋਂ ਨਹੀਂ ਜਾ ਸਕਦੇ। ਜਲਪਰੀ ਫਟਾਫਟ ਅੰਦਰ ਗਈ ਤੇ ਕ੍ਰਿਸਟਲ ਮੋਤੀ ਦੇ ਵਸ਼ ਵਿੱਚ ਜ਼ਮੀਨ ਨੂੰ ਨਸ਼ਟ ਕਰਨ ਵਾਲੇ ਮੰਤਰ ਨੂੰ ਤੋੜਨ ਦੀ ਸਾਰੀ ਸਮੱਗਰੀ ਇੱਕ-ਇੱਕ ਕਰਕੇ ਇਕੱਠੀ ਕੀਤੀ। ਫਿਰ ਉਸਨੇ ਸਮੁੰਦਰ ਦੇ ਸੀਪ ਨੂੰ ਲਿਆ, ਜਿਸ ਵਿੱਚ ਜਾਦੂ ਦੀ ਧੂੜ ਸੀ। ਰੁਕੋ, ਉਸ ਨੂੰ ਨਾ ਲਵੋ, ਉਸ ਨੂੰ ਛੱਡ ਦਿਓ। ਭਾਵੇਂ ਉਹ ਬਿਜਲੀ ਨਾਲ ਬੰਨੀ ਹੋਈ ਸੀ, ਵੇਗਾ ਨੇ ਆਪਣੀ ਸਾਰੀ ਸ਼ਕਤੀ ਦੇ ਨਾਲ ਜ਼ਹਿਰੀਲੀ ਸ਼ਾਹੀ ਜਲਪਰੀ ਦੇ ਉੱਤੇ ਸੁੱਟ ਦਿੱਤੀ। ਪਰ ਜਲਪਰੀ ਫਟਾਫਟ ਵਾਪਸ ਆਪਣੇ ਪਿਤਾ ਦੇ ਪਿੱਛੇ ਚਲੀ ਗਈ ਅਤੇ ਜਦੋਂ ਆਰਿਆ ਗੁਫਾ ਤੋਂ ਬਾਹਰ ਆਈ ਤਾਂ ਰਾਜਾ ਨੇ ਗੁਫਾ ਨੂੰ ਵੱਡੇ-ਵੱਡੇ ਪੱਥਰਾਂ ਨਾਲ ਸੀਲ ਕਰ ਦਿੱਤਾ। ਜਲਪਰੀ ਸਮੁੰਦਰ ਦੀ ਸਤ੍ਹਾ ਵੱਲ ਜਿੰਨਾ ਤੇਜ਼ੀ ਨਾਲ ਤੈਰ ਸਕਦੀ ਸੀ ਤੈਰੀ
ਇਹ ਵੇਖਣ ਦੇ ਲਈ ਕਿ ਜਾਦੂ ਟੁੱਟਿਆ ਹੈ ਜਾਂ ਨਹੀਂ। ਪ੍ਰਿੰਸ ਐਡਵਰਡ ਤੇ ਉਸ ਦਾ ਚਾਲਕ ਦਲ ਬਹੁਤ ਖੁਸ਼ ਸੀ ਜਦੋਂ ਉਹਨਾਂ ਨੇ ਵੇਖਿਆ ਕਿ ਦੂਰ ਦੀ ਜ਼ਮੀਨ ਫੇਰ ਤੋਂ ਨਜ਼ਰ ਆਉਣ ਲੱਗੀ ਹੈ। ਉਸਨੇ ਇਹ ਕੀਤਾ, ਦੇਖੋ। ਜਲ ਪਰੀ ਇੰਨੀ ਤੇਜ਼ੀ ਨਾਲ ਤੈਰ ਰਹੀ ਸੀ ਕਿ ਉਹ ਪਾਣੀ ਅੰਦਰ ਹਵਾ ਵਿੱਚ ਉੱਡਣ ਲੱਗੀ। ਤੇ ਫਿਰ ਆਪਣੇ ਪੈਰਾਂ ਦੇ ਨਾਲ ਡੈਕ ਤੇ ਉਤਰੀ। ਉਹ ਪ੍ਰਿੰਸ ਐਡਵਰਡ ਦੇ ਕੋਲ ਗਈ। ਮੇਰੀ ਰਾਜਕੁਮਾਰੀ, ਤੁਸੀਂ ਇਹ ਕਰ ਵਿਖਾਇਆ। ਤੁਸੀਂ ਸਾਰੇ ਮਨੁੱਖਾਂ ਅਤੇ ਧਰਤੀ ਦੇ ਜਾਨਵਰਾਂ ਦੀ ਜਾਨ ਬਚਾਈ ਹੈ। ਰਿੰਗੋ, ਜੋ ਦੂਰ ਦੀ ਜ਼ਮੀਨ ਤੇ ਉਡਾਰੀ ਭਰ ਕੇ ਆਇਆ ਸੀ, ਜਹਾਜ਼ ਤੇ ਉਤਰਿਆ ਅਤੇ ਆਰਿਆ ਨੂੰ ਧੰਨਵਾਦ ਕੀਤਾ। ਉਹ ਸਭ ਕੁਝ ਪਹਿਲਾਂ ਵਾਂਗ ਹੋ ਗਿਆ ਹੈ ਰਾਜਕੁਮਾਰੀ। ਸਾਰੇ ਰਾਜ ਅਤੇ ਧਰਤੀ ਬਹਾਲ ਹੋ ਰਹੇ ਹਨ। ਇਸ ਨਾਲ ਆਰਿਆ ਸੱਚਮੁੱਚ ਬਹੁਤ ਖੁਸ਼ ਹੋ ਗਈ ਤੇ ਉਹ ਤੇ ਰਾਜਕੁਮਾਰ ਖੁਸ਼ੀ-ਖੁਸ਼ੀ ਹੱਸਣ ਲੱਗੇ। ਇੱਧਰ ਵੇਗਾ ਦੇ ਸਹਾਇਕ ਸੱਪ ਨੂੰ ਅਹਿਸਾਸ ਹੋਇਆ ਕਿ ਉਹ ਮਨੋਰੰਜਨ ਪਾਰਕ ਵਿੱਚ ਇਕੱਲਾ ਸੀ ਅਤੇ ਜਦੋਂ ਉਹ ਡਰ ਕੇ ਸਮੁੰਦਰੀ ਚੁੜੈਲ ਦੇ ਕੋਲ ਗਿਆ, ਉਸਨੇ ਵੇਖਿਆ ਕਿ ਗੁਫਾ ਦਾ ਪ੍ਰਵੇਸ਼ ਦੁਆਰ ਬੰਦ ਸੀ। ਮੇਰੇ ਆਕਾਸ਼, ਕੀ ਤੁਹਾਨੂੰ ਪਤਾ ਹੈ ਕਿ ਪਾਣੀ ਵਿੱਚ ਇੱਕ ਵਾਟਰ ਪਾਰਕ ਹੈ ਗਾਇਸ? ਚਲਾ ਜਾ, ਆਪਣਾ ਮੂੰਹ ਬੰਦ ਰੱਖ ਸੱਪ। ਇੱਧਰ ਰਾਜਕੁਮਾਰ ਦੇ ਜਹਾਜ਼ ਤੇ ਜਲਪਰੀ ਨੇ ਰਾਜਕੁਮਾਰ ਐਡਵਰਡ ਨੂੰ ਮੈਜਿਕ ਸੀ ਸੈਂਡ ਦੇ ਨਾਲ ਮੈਜਿਕ ਸੀ ਸ਼ੈਲ ਦਿੱਤਾ। ਐਡਵਰਡ, ਹੁਣ ਕੁਝ ਵੀ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਤੁਸੀਂ ਇਸ ਰੇਤ ਦੀ ਵਰਤੋਂ ਕਰਕੇ ਕਦੇ ਵੀ ਇੱਕ ਸਮੁੰਦਰੀ ਮਾਨਵ ਬਣ ਸਕਦੇ ਹੋ। ਸਾਰੇ ਲੋਕੀ ਖੁਸ਼ ਸੀ ਕਿ ਉਹਨਾਂ ਦੀ ਧਰਤੀ ਬਹਾਲ ਹੋ ਗਈ ਹੈ ਤੇ ਰਾਜਕੁਮਾਰ ਅਤੇ ਰਾਜਕੁਮਾਰੀ ਨਵੀਂ ਧਰਤੀ ਦੀ ਤਲਾਸ਼ ਵਿੱਚ ਰੰਗੀਨ ਇੰਦਰ ਧਨੁਸ਼ ਦੇ ਥੱਲੇ ਸੋਹਣੇ ਸਮੁੰਦਰ ਵਿੱਚ ਚਲੇ ਗਏ।